ਅੱਜ ਦੇ ਪ੍ਰਸੰਗ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਬਾਣੀ ਸੁਖਮਣੀ ਸਾਹਿਬ ਵਿੱਚ 10ਵੇਂ ਅਸ਼ਟਪਦੀ ਵਿੱਚ ਆਪਾਂ ਅੱਧੀ ਅਸ਼ਟਪਦੀ ਦੀ ਵਿਚਾਰ ਸਮਝਣ ਦਾ ਯਤਨ ਕਰਾਂਗੇ। ਸਤਿਗੁਰਾਂ ਨੇ ਇੱਕੋ ਜ਼ਿਆਦਾ ਥੋੜ੍ਹੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਕਿ ਪਹਿਲੀਆਂ ਅਸ਼ਟਪਦੀਆਂ ਵਿੱਚ ਪਹਿਲਾਂ ਸਿਮਰਨ ਦੀਆਂ ਬਰਕਤਾਂ ਦਸੀਆਂ, ਫਿਰ ਸਾਧੂ ਦੀ ਪਰਿਭਾਸ਼ਾ ਕੀਤੀ, ਉਸ ਤੋਂ ਬਾਅਦ ਬ੍ਰਹਮ ਗਿਆਨੀ ਦੀ ਅਸ਼ਟਪਦੀ ਸਾਰੀ ਇੱਕ ਉਚਾਰਨ ਕੀਤੀ। ਫਿਰ ਜੋ ਆਪਾਂ ਕੱਲ੍ਹ 8ਵੀਂ 9ਵੀਂ ਅਸ਼ਟਪਦੀ ਵਿਚਾਰੀ ਹੈ, ਉਹਦੇ ਵਿੱਚ ਅਪਰਸ, ਰਾਮਦਾਸ, ਪੰਡਤ, ਭਗਉਤੀ, ਇਹਨਾਂ ਸਾਰੀਆਂ ਅਵਸਥਾਵਾਂ ਦਾ ਵਰਣਨ ਕੀਤਾ ਹੈ ਕਿ ਇਹ ਕਿਵੇਂ ਦੀ ਅਵਸਥਾ ਹੈ। ਅੱਜ ਦੀ ਜੋ ਅਸ਼ਟਪਦੀ ਹੈ ਇਹ ਸਾਧ ਸੰਗਤ ਦੀ ਗਿਆਨ ਖੰਡ ਵਿੱਚੋਂ ਉਚਾਰਨ ਕੀਤੀ ਗਈ ਹੈ, ਕਿਉਂਕਿ ਹਰ ਇੱਕ ਸ਼ਬਦ ਜਿੱਥੇ ਅੱਖਰੀ ਉਚਾਰਨ ਰੱਖਦਾ ਹੈ, ਹਰ ਇੱਕ ਸ਼ਬਦ ਨੂੰ ਸਮਝਣ ਵਾਸਤੇ ਦੋ ਚੀਜ਼ਾਂ ਸਮਝਣੀਆਂ ਅਤ ਜ਼ਰੂਰੀ ਨੇ। ਇੱਕ ਤੇ ਉਹ ਸ਼ਬਦ ਕਿਹਦੇ ਪਰਥਾਏ ਉਚਾਰਿਆ ਜਾ ਰਿਹਾ ਹੈ, ਉਹ ਸ਼ਖਸੀਅਤ ਕਿਵੇਂ ਦੀ ਹੈ ਜਿਸ ਨਾਲ ਸੰਬੋਧਿਤ ਹੋ ਕੇ ਉਚਾਰਿਆ ਜਾ ਰਿਹਾ। ਦੂਸਰਾ ਜਿਹੜਾ ਉਚਾਰਨ ਕਰਤਾ ਹੈ ਉਹ ਕਿਹੜੀ ਦਸ਼ਾ ਵਿੱਚ ਹੈ, ਕਿਹੜੀ ਅਵਸਥਾ ਵਿੱਚ ਉਹ ਉਵੇਂ ਦਾ ਸ਼ਬਦ ਉਵੇਂ ਦੇ ਅਰਥ ਰੱਖੇਗਾ। ਅੱਜ ਦਾ ਜੋ ਸ਼ਬਦ ਹੈ ਇਹ ਗਿਆਨ ਖੰਡ ਮਹਿ ਗਿਆਨ ਪ੍ਰਚੰਡ, ਗਿਆਨ ਖੰਡ ਵਿੱਚੋਂ ਉਚਾਰਿਆ ਗਿਆ ਹੈ। ਜਿਵੇਂ ਗੁਰਬਾਣੀ ਦੇ ਕੁਝ ਸ਼ਬਦ ਸਮਦ੍ਰਿਸ਼ਟੀ ਵਿੱਚੋਂ ਉਚਾਰੇ ਗਏ, ਜਿਵੇਂ ਭਗਤ ਨਾਮਦੇਵ ਜੀ ਦੀ ਸਾਰੀ ਬਾਣੀ ਸਮਦ੍ਰਿਸ਼ਟੀ ਵਿੱਚੋਂ ਉਚਾਰੀ ਗਈ ਹੈ, ਜਿੱਥੇ ਜਾ ਕੇ ਜਿੱਧਰ ਵੇਖਦੇ ਨੇ ਰੱਬ ਦੇ ਦਰਸ਼ਨ ਹੁੰਦੇ ਨੇ। ਜਾਪ ਸਾਹਿਬ ਦੀ ਸਾਰੀ ਬਾਣੀ ਸਮਦ੍ਰਿਸ਼ਟੀ ਵਿੱਚੋਂ ਉਚਾਰੀ ਗਈ ਹੈ। ਪਰ ਅੱਜ ਦੀ ਅਸ਼ਟਪਦੀ ਜਿਹੜੀ ਹੈ ਇਹ ਇਸ ਤਰ੍ਹਾਂ ਦੀ ਦਸ਼ਾ ਵਿੱਚੋਂ ਉਚਾਰੀ ਗਈ ਹੈ ਜਿੱਥੇ ਜਾ ਕੇ ਆਹ ਛੋਟਾ ਜਿਹਾ ਜਗਤ ਸਾਨੂੰ ਛੋਟਾ ਦਿਸਣ ਲੱਗ ਪੈਂਦਾ ਤੇ ਬੜੇ ਵੱਡਾ ਸੰਸਾਰ ਸਾਹਮਣੇ ਆ ਜਾਂਦਾ। ਜਿੱਥੋਂ ਤੱਕ ਅਸੀਂ ਜਿਉਂਦੇ ਹਾਂ ਸਾਨੂੰ ਆਪਣੇ ਘਰ ਦਾ ਪਤਾ ਹੈ, ਆਪਣੇ ਮਾਂ-ਬਾਪ ਦਾ ਪਤਾ ਹੈ, ਆਪਣੀ ਕੌਮ ਦਾ, ਆਪਣੇ ਦੇਸ਼ ਦਾ, ਨਸਲ ਦਾ, ਹੱਦਾਂ ਨੇ ਸਾਰੀਆਂ। ਪਰ ਜਿਉਂ-ਜਿਉਂ ਕੋਈ ਗੁਰਮੁਖ ਵਾਹਿਗੁਰੂ ਦੇ ਨਾਮ ਨਾਲ ਸਾਂਝ ਪਾਉਂਦਾ ਜਾਂਦਾ ਹੈ, ਨਾਮ ਉਹਨੂੰ ਆਪਣੇ ਜਿੰਨਾ ਉੱਚਾ ਕਰ ਲੈਂਦਾ ਹੈ, ਉਚਾਈ ਬਖਸ਼ਦਾ ਹੈ, ਉਹਦੇ ਗਿਆਨ ਵਿੱਚ ਅਸੀਮ ਵਾਧਾ ਹੁੰਦਾ ਹੈ। ਔਰ ਫਿਰ ਉਹ ਕੇਵਲ ਇਸ ਧਰਤੀ, ਇਸ ਦੁਨੀਆ, ਇਸ ਦੇਸ਼ ਤੱਕ ਸੀਮਤ ਨਹੀਂ ਰਹਿੰਦਾ, ਉਹਦੀ ਅੱਖ ਬੜੀ ਦੂਰ ਤੱਕ ਖੁੱਲ੍ਹ ਜਾਂਦੀ। ਜਿਵੇਂ ਕਿ ਜਪਜੀ ਸਾਹਿਬ ਵਿੱਚ ਗੁਰੂ ਸਾਹਿਬ ਨਾਲ ਸੰਵਾਦ ਹੋਇਆ ਬਗਦਾਦ ਦੀ ਧਰਤੀ ਤੇ ਪੀਰ ਦਸਤਗੀਰ ਨੇ, ਜਦੋਂ ਹਜ਼ੂਰ ਨੇ ਕਿਹਾ ਵੀ ਪਤਾਲ ਕਰੋੜਾਂ ਨੇ, ਲੱਖਾਂ ਹਨ, ਉਹਨੇ ਕਿਹਾ ਇਹ ਕਿਵੇਂ ਹੋ ਸਕਦਾ, 7 ਪਤਾਲ ਨੇ, 7 ਆਕਾਸ਼। ਗੁਰੂ ਸਾਹਿਬ ਕਹਿੰਦੇ ਤੇਰੇ ਵਾਸਤੇ ਉਹ ਠੀਕ ਨੇ, ਕਿਉਂਕਿ ਤੇਰੀ ਦ੍ਰਿਸ਼ਟੀ 7 ਤੱਕ ਗਈ ਹੈ, ਪਰ ਮੇਰੀ ਜਿੱਥੋਂ ਤੱਕ ਸ੍ਰਿਸ਼ਟੀ ਗਈ ਹੈ ਹੁਣ ਮੈਂ ਉਹਦੀ ਵਿਆਖਿਆ ਕਿਵੇਂ ਨਾ ਕਰਾਂ। ਕਰੋੜਾਂ ਹੀ ਨੇ, ਲੱਖਾਂ ਹੀ ਨੇ। ਉਹਨਾਂ ਨੇ ਇਹ ਵੀ ਨਹੀਂ ਕਿਹਾ ਵੀ ਕਿੰਨੇ ਲੱਖ ਹੈ। ਗੁਰੂ ਨਾਨਕ ਸਾਹਿਬ ਜੀ ਨੇ ਕਹਿਣ ਲੱਗੇ ਇੱਥੋਂ ਤੱਕ ਮੈਂ ਵੇਖਿਆ, ਇੱਥੋਂ ਤੱਕ ਮੈਂ ਸ੍ਰਿਸ਼ਟੀ ਨੂੰ ਜਾਣਿਆ। ਇਸ ਨੂੰ ਕਹਿੰਦੇ ਸ੍ਰਿਸ਼ਟੀ ਗਿਆਨ। ਇਹ ਭਗਤ ਦੇ ਜੀਵਨ ਵਿੱਚ ਆਉਂਦਾ, ਉਹਦਾ ਸ੍ਰਿਸ਼ਟੀ ਦਾ ਗਿਆਨ ਗਹਿਰਾ ਹੁੰਦਾ ਜਾਂਦਾ ਹੈ। ਸ੍ਰਿਸ਼ਟੀ ਬਾਰੇ ਉਹ ਚੰਗੀ ਤਰ੍ਹਾਂ ਜਾਣਨ ਲੱਗ ਪੈਂਦਾ, ਕਿਉਂਕਿ ਜਦੋਂ ਵੀ ਕੋਈ ਕਰਤੇ ਦੇ ਘਰ ਵੱਲ ਗਿਆ ਰਸਤੇ ਵਿੱਚ ਕੁਦਰਤ ਜ਼ਰੂਰ ਆਈ ਹੈ। ਇਹੀ ਰਸਤਾ ਹੈ ਉਹਦੇ ਜਾਣ ਦਾ। ਕੁਦਰਤ ਰਸਤੇ ਵਿੱਚ ਜ਼ਰੂਰ ਆਉਂਦੀ ਹੈ ਔਰ ਉਹਨੂੰ ਵੇਖ ਕੇ ਹੀ ਬੰਦਾ ਪਰਮਾਤਮਾ ਨੂੰ ਵੇਖਣ ਦਾ ਚਾਹਵਾਨ ਹੁੰਦਾ, ਉਹਦੇ ਤੋਂ ਪਹਿਲਾਂ ਉਹਦੀ ਮੁਹੱਬਤ ਨਹੀਂ ਜਾਗਦੀ। ਬਾਣੀ ਵਿੱਚ ਆਪ ਜੀ ਸ਼ਬਦ ਪੜ੍ਹੋਗੇ ਕਿ ਕਰਤੇ
ਕੁਦਰਤੀ ਮੁਸ਼ਤਾਕ। ਮੁਸ਼ਤਾਕ ਦੇ ਅਰਥ ਨੇ ਚਾਹਵਾਨ। ਕਰਤੇ ਜਿਹੜਾ ਸ਼ਬਦ ਹੈ ਇਹ ਸੰਬੋਧਿਤ ਹੈ, ਪਰਮਾਤਮਾ ਨਾਲ ਸਿੱਧੇ ਤੌਰ ਤੇ ਗੱਲ ਕੀਤੀ ਗਈ। ਹੇ ਕਰਤੇ, ਹੇ ਅਕਾਲ ਪੁਰਖ, ਕੁਦਰਤੀ ਤੇਰੀ ਕੁਦਰਤ ਨੂੰ ਵੇਖ ਕੇ, ਤੇਰੀ ਬਣਾਈ ਹੋਈ ਰਚਨਾ ਨੂੰ ਵੇਖ ਕੇ, ਇਹਦਾ ਢੰਗ ਤਰੀਕਾ, ਇਹ ਕਿੰਨੀ ਪ੍ਰਕਾਰ ਦੇ ਜੀਵ ਨੇ, ਕਿੰਨੀਆਂ ਬੋਲੀਆਂ ਬੋਲਦੇ ਨੇ, ਕਿਵੇਂ ਤੁਰਦੇ ਨੇ, ਕਿਵੇਂ ਸੋਚਦੇ ਨੇ, ਇਹਨਾਂ ਵੱਲ ਵੇਖ ਕੇ ਮੈਨੂੰ ਤੈਨੂੰ ਵੇਖਣ ਦੀ ਇੱਛਾ ਜਾਗ ਪਈ ਹੈ ਵੀ ਤੂੰ ਇੰਨਾ ਕੁਝ ਸਾਜਿਆ, ਆਪ ਕਿਵੇਂ ਦਾ ਹੋਏਗਾ? ਇੰਨੀ ਸ੍ਰਿਸ਼ਟੀ ਤੂੰ ਬਣਾਈ, ਕਿੰਨਾ ਕੁਝ ਤੇਰੇ ਕੋਲ ਹੈ। ਤਾਂ ਇਹ ਸ੍ਰਿਸ਼ਟੀ ਗਿਆਨ ਰਾਹ ਵਿੱਚ ਆਉਂਦਾ ਹੈ, ਕੁਦਰਤ ਰਾਹ ਵਿੱਚ ਆਉਂਦੀ ਹੈ, ਜਿੱਥੇ ਜਾ ਕੇ ਗੁਰੂ ਅਰਜਨ ਦੇਵ ਪਾਤਸ਼ਾਹ ਕਹਿੰਦੇ, ਕੋਟ ਬ੍ਰਹਮੰਡ ਕੋ ਠਾਕੁਰ ਸੁਆਮੀ, ਸਰਬ ਜੀਆਂ ਕਾ ਦਾਤਾਰੇ, ਪ੍ਰਤਪਾਲੈ ਨਿਤ ਸਾਰ ਸੰਭਾਲੈ, ਇੱਕ ਗੁਣ ਨਹੀਂ ਮੂਰਖ ਜਾਤਾਰੇ। ਹੁਣ ਸਾਡੀਆਂ ਹੱਦ ਬੰਨੀਆਂ ਨੇ, ਸਾਡੀ ਅੱਖ ਬੜੀ ਛੋਟੀ, ਅਸੀਂ ਤੇ ਆਪਣੇ ਸਰੀਰ ਨੂੰ ਵੀ ਪੂਰਾ ਨਹੀਂ ਵੇਖ ਸਕਦੇ, ਸ੍ਰਿਸ਼ਟੀ ਨੂੰ ਕਿਵੇਂ ਵੇਖਾਂਗੇ? ਤਾਂ ਇਹ ਜਿਹੜਾ ਜਗਤ ਹੈ ਬੰਦ ਕਿਤਾਬ ਵਰਗਾ, ਅਸੀਂ ਬਾਹਰੋਂ ਵੇਖਿਆ ਜੇ, ਵਿੱਚ ਪਤਾ ਨਹੀਂ ਕਿੰਨੇ ਕੁ ਅੱਖਰ, ਕਿੰਨੇ ਕੁ ਪੇਜ, ਕਿੰਨਾ ਕੁ ਪਸਾਰਾ ਹੈ। ਔਰ ਜਿੰਨਾ ਚਿਰ ਇਹ ਪਸਾਰਾ ਨਹੀਂ ਨਾ ਖੁੱਲ੍ਹਦਾ, ਖਿਆਲ ਰੱਖਣਾ, ਉਨਾ ਚਿਰ ਆਦਮੀ ਦੇ ਵਿੱਚੋਂ ਦੋ ਚੀਜ਼ਾਂ ਨਹੀਂ ਮਰਦੀਆਂ, ਇੱਕ ਹੰਕਾਰ ਤੇ ਇੱਕ ਉਹਦੀ ਇਹ ਹਉਮੈ ਕਿ ਮੈਂ ਸੰਸਾਰ ਨੂੰ ਚਲਾ ਰਿਹਾ, ਕਰਤਾਪਣ ਦੀ ਬਿਰਤੀ। ਜਿੰਨਾ ਚਿਰ ਖੁੱਲ੍ਹਦਾ ਨਹੀਂ ਨਾ, ਜਿੱਦਣ ਖੁੱਲ੍ਹ ਜਾਏ ਨਾ ਸਾਧ ਸੰਗਤ, ਉਸ ਦਿਨ ਤੇ ਫਿਰ ਬੰਦਾ ਆਪਣੇ ਆਪ ਨੂੰ ਇਉਂ ਪ੍ਰਤੀਤ ਕਰਦਾ ਜਿਵੇਂ ਵਹਿੰਦੇ ਹੋਏ ਦਰਿਆ ਦੇ ਵਿੱਚ ਇੱਕ ਪੱਤਾ ਰੁੜਿਆ ਜਾਂਦਾ, ਕੱਖ ਵੀ ਨਹੀਂ ਪੱਲੇ ਤੇਰੇ, ਹੰਕਾਰ ਆਪੇ ਮਰ ਗਿਆ। ਆ ਇੱਕ ਸੋਦਰ ਦਾ ਜਿਹੜਾ ਸ਼ਬਦ ਹੈ, ਸਿੱਖ ਨੂੰ ਦੋਵੇਂ ਟਾਈਮ ਦਿੱਤਾ ਗਿਆ। ਇਹ ਬਾਣੀ ਦੋਵੇਂ ਟਾਈਮ ਸਿੱਖ ਪੜ੍ਹਦਾ, ਸਵੇਰੇ ਜਪਜੀ ਸਾਹਿਬ ਵਿੱਚ, ਸ਼ਾਮ ਨੂੰ ਰਹਿ ਰਾਸ ਵਿੱਚ। ਉਹਦੇ ਵਿੱਚ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਕਈ ਗਿਣੇ ਨੇ ਜਿਹੜੇ ਉਹਨੂੰ ਗਾ ਰਹੇ ਨੇ। ਪੌਣ ਉਹਨੂੰ ਗਾ ਰਹੀ ਹੈ, ਪਾਣੀ ਉਸ ਨੂੰ ਗਾ ਰਿਹਾ, ਦੇਵਤੇ ਭਗਤ ਜਨ ਕਿੰਨੇ ਗਾਉਂਦੇ ਨੇ। ਕਿਉਂ ਕਹਿਣਾ ਪਿਆ? ਕੀ ਲੋੜ ਸੀ, ਕੀ ਜ਼ਰੂਰਤ ਸੀ? ਤੇ ਫਿਰ ਅਖੀਰ ਤੇ ਕਹਿ ਦਿੱਤਾ ਵੀ ਹੋਰ ਕੇਤੇ ਤੁਧ ਨੂੰ ਗਾਵਣ, ਸੇ ਮੈਂ ਚਿਤ ਨਾ ਆਵਣ। ਕਿਉਂਕਿ ਸਾਡੇ ਵਿੱਚ ਹੰਕਾਰ ਕਿੱਥੋਂ ਸ਼ੁਰੂ ਹੁੰਦਾ ਹੈ? ਅਸੀਂ ਤੇ ਸਾਧ ਸੰਗਤ ਜਿਹੜਾ ਕੰਮ ਕਰਾਂਗੇ ਨਾ ਧਰਮ ਦੇ ਨਾਂ ਤੇ ਵੀ, ਤੇ ਉਹਦਾ ਬੋਰਡ ਲਾਵਾਂਗੇ ਸੜਕ ਦੇ ਉੱਤੇ, ਲਿਖਿਆ ਹੋਵੇਗਾ ਪਹਿਲੀ ਵਾਰੀ ਅਸੀਂ ਕਰਨ ਲੱਗੇ ਹਾਂ, ਹੋਰ ਕਿਸੇ ਨੇ ਨਹੀਂ ਕੀਤਾ, ਵਿਲੱਖਣ ਨਵਾਂ ਹੈ, ਕਹਿੰਦੇ ਅਸੀਂ ਕਰਨ ਲੱਗੇ। ਇਸ ਤਰ੍ਹਾਂ ਦਾ ਪਹਿਲਾਂ ਨਾ ਕਿਸੇ ਨੇ ਕੀਤਾ ਹੈ, ਬੰਦੇ ਦਾ ਯਤਨ ਹੈ, ਉਹਦੇ ਪਿੱਛੇ ਉਹਦੀ ਹਉਮੈ ਬੋਲਦੀ ਹੈ ਕਿ ਮੈਂ ਪਹਿਲੀ ਵਾਰੀ ਕੀਤਾ। ਤੇ ਜਿਉਂ ਹੀ ਉਹ ਵਿਸ਼ਾਲ ਪਰਮਾਤਮਾ ਦੇ ਪਸਾਰੇ ਨੂੰ ਵਹਿੰਦਾ ਹੈ ਨਾ, ਉਹਦੇ ਦਰ ਤੇ ਜਾ ਕੇ, ਜਦੋਂ ਕੋਈ ਉਹਦੇ ਦਰ ਤੇ ਜਾ ਕੇ ਖਲੋਂਦਾ ਹੈ ਨਾ, ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਉੱਥੇ ਕਹਿੰਦੇ ਅਨੇਕ ਵਾਜੇ ਵੱਜ ਰਹੇ ਨੇ ਤੇ ਕਈ ਤੈਨੂੰ ਗਾਉਣ ਵਾਲੇ ਨੇ। ਉੱਥੇ ਪਤਾ ਲੱਗਦਾ ਵੀ ਤੂੰ ਤਾਂ ਉਹਨਾਂ ਅੱਗੇ ਕੁਝ ਵੀ ਨਹੀਂ, ਜਿਹੜੇ ਤੇਰੇ ਤੋਂ ਅਗਲੀ ਲਾਈਨ ਵਿੱਚ ਲੱਗੇ ਹੋਏ ਨੇ। ਉੱਥੇ ਨਹੀਂ ਪੁੱਛਦਾ, ਇਹਦੇ ਹੰਕਾਰ ਨੂੰ ਸੱਟ ਹੀ ਉੱਥੇ ਵੱਜਦੀ। ਅਨੇਕ ਨੇ, ਬਹੁਤ ਸਾਰੇ ਨੇ ਉਸ ਥਾਂ ਤੇ। ਔਰ ਸਾਡੇ ਵਿੱਚ ਕਿਤੇ ਇਹ ਹੰਕਾਰ ਨਾ ਆ ਜਾਏ ਕਿ ਜਿਵੇਂ ਦਾ ਜਪੀ ਮੈਂ, ਇਸ ਤਰ੍ਹਾਂ ਦਾ ਹੋਰ ਕੋਈ ਵੀ ਨਹੀਂ, ਜਿਵੇਂ ਦਾ ਭਗਤ ਮੈਂ, ਉਸ ਤਰ੍ਹਾਂ ਦਾ ਕੋਈ ਹੋਰ ਨਹੀਂ। ਹਰ ਰੋਜ਼ ਸੱਚੇ ਪਾਤਸ਼ਾਹ ਨੇ ਸਵੇਰ ਦੀ ਬਾਣੀ ਵਿੱਚ ਕਿਰਪਾ ਕੀਤੀ, ਕਹਿੰਦੇ ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤਪ ਤਾਉ। ਅਸੀਂ ਤੇ ਸਾਧ ਸੰਗਤ ਇੱਥੋਂ ਤੱਕ ਚਲੇ ਜਾਂਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਇੱਕ ਨੇ, ਤੇ ਅਸੀਂ ਕਹਿੰਦੇ ਹਾਂ ਵੀ ਜਿਵੇਂ ਦੇ ਗੁਰੂ ਗ੍ਰੰਥ ਸਾਹਿਬ ਸਾਡੇ ਗੁਰਦੁਆਰੇ ਵਿੱਚ ਨੇ, ਹੋਰ ਕਿਸੇ ਵਿੱਚ ਨਹੀਂ ਹੋ ਸਕਦੇ। ਉੱਥੇ ਨਾ ਜਾਇਆ ਕਰੋ, ਜ਼ਰੂਰਤ ਨਹੀਂ। ਇਹ ਸਾਡੀ ਯਤਨ ਰਹਿੰਦਾ। ਦੇਖੋ, ਜਿਸ ਗੁਰੂ ਨੇ ਬਖਸ਼ਿਸ਼ ਕੀਤੀ ਉਹਨੇ ਦੀਵਾਰਾਂ ਤੋੜੀਆਂ, ਤੇ ਅਸੀਂ ਗੁਰੂ ਦੇ ਨਾਂ ਤੇ ਫਿਰ ਦੀਵਾਰਾਂ ਖੜੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਕਰਕੇ ਸਾਧ ਸੰਗਤ ਇਹ ਹੰਕਾਰ ਨੂੰ, ਜਿੰਨੀ ਇਹ ਅਸ਼ਟਪਦੀ ਹੈ,
ਇਹ ਜਦੋਂ ਇਹਦੇ ਵਿੱਚ ਕਿਹਾ ਜਾਂਦਾ ਕਈ ਕੋਟ ਕਈ ਕੋਟ ਕਈ ਕੋਟ, ਕਈ ਕਰੋੜਾਂ ਨੇ ਸਾਰਾ ਕੁਝ, ਕਈ ਕਰੋੜ, ਇਹਨੂੰ ਕਹਿੰਦੇ ਸ੍ਰਿਸ਼ਟੀ ਗਿਆਨ। ਜਦੋਂ ਸ੍ਰਿਸ਼ਟੀ ਗਿਆਨ ਖੁੱਲ੍ਹਦਾ ਹੈ ਤੇ ਗਿਆਨ ਖੁੱਲ੍ਹਦਾ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਧਰਮਖੰਡ ਵਿੱਚ ਆਦਮੀ ਪ੍ਰਵੇਸ਼ ਕਰੇ। ਧਰਮਖੰਡ ਜਿਵੇਂ ਪਹਿਲਾ ਖੰਡ ਆਇਆ, ਧਰਮ ਨੂੰ ਕਮਾਏ ਤੇ ਫਿਰ ਇੱਕਦਮ ਉਹਦੀ ਗਿਆਨ ਦੀ ਅੱਖ ਖੁੱਲ੍ਹ ਜਾਂਦੀ ਅੰਦਰਲੀ। ਉਹ ਪ੍ਰਤੀਤ ਕਰਨ ਲੱਗ ਪੈਂਦਾ ਵੀ ਇਹ ਬ੍ਰਹਿਮੰਡ ਕਿੰਨਾ ਕੁ ਵੱਡਾ ਹੈ ਤੇ ਇਹਦਾ ਪਸਾਰਾ ਕਿੰਨਾ ਕੁ ਹੈ। ਤੇ ਜਦੋਂ ਇਹਦੀ ਚੱਲ ਰਹੀ ਲੀਲਾ ਨੂੰ ਵੇਖਦਾ ਹੈ ਤੇ ਹੈਰਾਨ ਹੋ ਜਾਂਦਾ। ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀਵ, ਵਿਸਮਾਦ ਭੇਦ। ਵਿਸਮਾਦ ਦਾ ਅਰਥ ਹੈ ਜਦੋਂ ਕਿਸੇ ਚੀਜ਼ ਨੂੰ ਵੇਖ ਕੇ ਹੈਰਾਨ ਹੋ ਜਾਈ। ਵਿਸਮਾਦ ਨਾਗੇ ਫਿਰੈ ਜੰਤ, ਕਿੰਨਾ ਕੁਝ ਵਿਸਮਾਦ ਕਰਨ ਵਾਲਾ ਹੈ। ਹੈਰਾਨ ਹੋ ਜਾਏਗਾ ਆਦਮੀ, ਉਹਦਾ ਹੰਕਾਰ ਛੋਟਾ ਹੋ ਜਾਏਗਾ, ਬਿਲਕੁਲ ਛੋਟਾ। ਤਾਂ ਇੱਥੇ ਉਸ ਰਚਨਾ ਦੀ ਹੀ ਵਿਆਖਿਆ ਸਾਰੀ ਅਸ਼ਟਪਦੀ ਵਿੱਚ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਰਨਗੇ ਕਿ ਕਿੰਨੇ ਕੁ ਲੋਕ ਉਹਦੀ ਉਸਤਤ ਕਰ ਰਹੇ ਨੇ, ਕਿੰਨੀ ਪ੍ਰਕਾਰ ਦੇ ਭਗਤ ਨੇ। ਔਰ ਇਸ ਥਾਂ ਤੇ ਜਾ ਕੇ ਇੱਕ ਹੋਰ ਦਾਤ ਪ੍ਰਾਪਤ ਹੁੰਦੀ ਹੈ। ਜਿਵੇਂ ਅਸੀਂ ਇਸ ਧਰਤੀ ਤੇ ਰਹਿੰਦੇ ਹਾਂ ਤੇ ਕਈ ਵਾਰੀ ਅਸੀਂ ਧਰਮ ਦਾ ਮੁਤਾਲਿਆ ਕਰਨ ਲੱਗ ਪੈਂਦੇ ਹਾਂ ਤੇ ਉਹਦੇ ਵਿੱਚ ਕਈ ਚੀਜ਼ਾਂ ਆਉਂਦੀਆਂ ਨੇ, ਜਿਵੇਂ ਪਰਲੋਕ ਦੀ ਗੱਲ ਆਉਂਦੀ ਹੈ। ਜਦੋਂ ਪਰਲੋਕ ਦੀ ਵਿਆਖਿਆ ਆਉਂਦੀ ਹੈ ਤੇ ਸਾਡੇ ਸੱਜਣ ਕਹਿੰਦੇ ਪਰਲੋਕ ਕਿੱਥੇ ਹੈ, ਇੱਥੇ ਲੋਕ, ਇੱਥੇ ਹੀ ਪਰਲੋਕ ਹੈ। ਜਦੋਂ ਉੱਥੋਂ ਦੀ ਗੱਲ ਆਉਂਦੀ ਹੈ ਵੀ ਉਸ ਥਾਂ ਦੇ ਉੱਤੇ ਪਾਪੀ ਜੀਵ ਨੂੰ ਸਜ਼ਾ ਦਿੱਤੀ ਜਾਂਦੀ ਹੈ, ਉੱਥੇ ਅੱਗ ਵਿੱਚ ਸਾੜਿਆ ਜਾਂਦਾ ਹੈ, ਗੱਲ ਮੰਨਣ ਵਿੱਚ ਨਹੀਂ ਆਉਂਦੀ। ਕਿਉਂਕਿ ਮਨ ਦਾ ਤਰਕ ਕਹਿੰਦਾ ਹੈ, ਕੁਦਰਤੀ ਤੌਰ ਤੇ ਦਿਮਾਗ ਕਹਿੰਦਾ ਵੀ ਜਦੋਂ ਸਰੀਰ ਤੇ ਇੱਥੇ ਰਹਿ ਗਿਆ ਤੇ ਸਾੜਨਾ ਉਹਨੂੰ ਕਿੱਥੇ ਅੱਗੇ ਜਾ ਕੇ, ਉੱਥੇ ਕਿਹੜਾ ਅੱਗ ਹੈ, ਪੰਜ ਤੱਤ ਤੇ ਇੱਥੇ ਨਾ। ਪਰ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਤੇਰੀ ਅੱਖ ਖੁੱਲ ਜਾਏਗੀ ਤੈਨੂੰ ਪਤਾ ਲੱਗੇਗਾ ਅੱਗ ਇੱਕ ਤਰ੍ਹਾਂ ਦੀ ਨਹੀਂ, ਪਾਣੀ ਵੀ ਇੱਕ ਤਰ੍ਹਾਂ ਦਾ ਨਹੀਂ, ਹਵਾ ਵੀ ਇੱਕ ਤਰ੍ਹਾਂ ਦੀ ਨਹੀਂ ਹੈ। ਕੇਤੇ ਪਵਨ ਪਾਣੀ ਬੈਸੰਤਰ, ਕਿੰਨੀ ਤਰ੍ਹਾਂ ਦੀ ਅੱਗ, ਕਿੰਨੀ ਤਰ੍ਹਾਂ ਦਾ ਪਾਣੀ, ਕਿੰਨੀ ਤਰ੍ਹਾਂ ਦੀ ਹਵਾ ਤੇ ਕਿੰਨੀ ਤਰ੍ਹਾਂ ਦੇ ਉਹਦੇ ਪ੍ਰਬੰਧ ਨੇ, ਉਹਦਾ ਕੋਈ ਅੰਤ ਨਹੀਂ ਹੈ। ਤਾਂ ਇਹ ਸਾਰੀਆਂ ਚੀਜ਼ਾਂ ਉਦੋਂ ਮੰਨੇਗਾ ਮਨੁੱਖ ਜਦੋਂ ਸਾਧ ਸੰਗਤ ਜੀ ਉਹਦਾ ਸ੍ਰਿਸ਼ਟੀ ਗਿਆਨ ਖੁੱਲ੍ਹੇਗਾ। ਉਸ ਤੋਂ ਪਹਿਲਾਂ ਅਸੀਂ ਭਰਮ ਦੇ ਪਰਦੇ ਵਿੱਚ ਜੀਵਾਂਗੇ ਔਰ ਜਿੱਥੇ ਜਿੱਥੇ ਸਾਡੀ ਬੁੱਧੀ ਤੋਂ ਪਾਰ ਦੇ ਵਿਚਾਰ ਆਉਣਗੇ ਅਸੀਂ ਇਨਕਾਰ ਕਰ ਦਿਆਂਗੇ ਵੀ ਇਹ ਕਿਵੇਂ ਹੋ ਸਕਦਾ ਹੈ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਬਾਣੀ ਕੇ ਬੋਹਿਤ ਸ਼ਹੀਦਾਂ ਦੇ ਸਿਰਤਾਜ ਇਸ ਪਾਵਨ ਪਵਿੱਤਰ ਬਾਣੀ ਵਿੱਚ ਇਹ ਕਿਰਪਾ ਕਰ ਰਹੇ ਨੇ। ਹਜ਼ੂਰ ਕਹਿੰਦੇ ਉਸਤਤ ਕਰਹਿ ਅਨੇਕ ਜਨ, ਅੰਤ ਨਾ ਪਾਰਾਵਾਰ। ਕੋਈ ਅੰਤ ਨਹੀਂ, ਕੋਈ ਪਾਰਾਵਾਰ ਨਹੀਂ। ਕਿੰਨੇ ਕੁ ਲੋਕ ਕਿਹੜੀ ਭਾਸ਼ਾ ਵਿੱਚ ਕਿਹੜੇ ਤਰੀਕੇ ਨਾਲ ਉਹਦੀ ਉਸਤਤ ਕਰ ਰਹੇ ਨੇ। ਭਾਵੇਂ ਕਿ ਗੁਰਬਾਣੀ ਵਿੱਚ ਇੱਕ ਵਿਚਾਰ ਕਿਹਾ ਗਿਆ ਕਿ ਮਨੁੱਖੀ ਸਰੀਰ ਨੂੰ ਹੀ ਇਹ ਤਾਕਤ ਦਿੱਤੀ ਹੈ ਪਰਮਾਤਮਾ ਨੇ ਕਿ ਉਹਦਾ ਨਾਮ ਜਪ ਸਕਦਾ ਹੈ। ਪਰ ਕਿਤੇ ਕਿਤੇ ਸਾਧ ਸੰਗਤ ਸਤਿਗੁਰੂ ਨੇ ਇਸ਼ਾਰਾ ਕੀਤਾ, ਕਹਿਣ ਲੱਗੇ ਕਿਤੇ ਇਸ ਹੰਕਾਰ ਵਿੱਚ ਨਾ ਰਹੀ ਕਿ ਮੈਂ ਮਨੁੱਖ ਹਾਂ, ਮੈਂ ਹੀ ਜਪ ਸਕਦਾ। ਸਤਿਗੁਰੂ ਦਾ ਇੱਕ ਸ਼ਬਦ ਆਉਂਦਾ ਹੈ, ਤੁਸੀਂ ਆਸਾ ਦੀ ਵਾਰ ਵਿੱਚ ਸ਼ਲੋਕ ਗੁਰੂ ਨਾਨਕ ਸਾਹਿਬ ਜੀ ਦਾ ਸਰਵਣ ਕਰੋਗੇ। ਉੱਥੇ ਹਜ਼ੂਰ ਕਹਿੰਦੇ ਨੇ ਮੁਸਲਮਾਨਾਂ ਸਿਫਤ ਸ਼ਰੀਅਤ ਪੜ੍ਹ ਪੜ੍ਹ ਕਰਾਂ ਵਿਚਾਰ। ਉਹ ਸ਼ਰ੍ਹਾ ਦੁਆਰਾ ਉਹਦੀ ਵਿਚਾਰ ਕਰ ਰਹੇ ਨੇ। ਹਿੰਦੂ ਸਾਲਾਹਨ ਸਾਲਾਹੀ ਦਰਸ਼ਨ ਰੂਪ ਅਪਾਰ, ਉਹਦੇ ਕਈ ਰੂਪਾਂ ਦੀ ਵਿਆਖਿਆ ਹਿੰਦੂ ਕਰਦੇ ਨੇ। ਜੋਗੀ ਸੁਨ ਧਿਆਵਣ ਜੇਤੇ ਅਲਖ ਨਾਮ ਕਰਤਾਰ, ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਇਹ ਵੱਖਰੇ ਵੱਖਰੇ ਢੰਗ ਨਾਲ ਕਈ ਤਰੀਕਿਆਂ ਦੇ ਨਾਲ ਪਰਮਾਤਮਾ ਦੀ ਉਪਾਸਨਾ ਕਰ ਰਹੇ ਨੇ, ਉਹਨੂੰ ਯਾਦ ਕਰ ਰਹੇ ਨੇ। ਫਿਰ ਹਜ਼ੂਰ ਨੇ ਜਦੋਂ ਇਹ ਸਭ ਕੁਝ ਗਿਣਿਆ ਤੇ ਅੱਗੇ ਇੱਕ ਸ਼ਬਦ ਕਹਿ ਦਿੱਤਾ, ਕਹਿਣ ਲੱਗੇ ਜਲ ਥਲ ਜੀਆਂ ਪੁਰੀਆਂ ਲੋਵਾਂ ਆਕਾਰਾਂ ਆਕਾਰ, ਓਏ ਜੇ ਆਖੈਂ ਸੋ ਤੂੰ ਹੈ ਜਾਣੈ। ਆ ਇੱਕ ਛੋਟਾ ਜਿਹਾ ਜਾਨਵਰ ਵੀ ਬੋਲਦਾ ਨਾ, ਉਹਦੀ ਵੀ ਇੱਕ ਭਾਸ਼ਾ ਹੈ। ਜ਼ਰੂਰੀ ਨਹੀਂ ਕਿ ਅਸੀਂ ਬੋਲਨੇ ਆ। ਰੁੱਖਾਂ ਦੀ ਵੀ ਇੱਕ ਭਾਸ਼ਾ ਹੈ, ਪੰਛੀਆਂ ਦੀ ਵੀ ਇੱਕ ਭਾਸ਼ਾ ਹੈ ਤੇ ਪਰਮਾਤਮਾ ਉਹਨੂੰ ਸੁਣਦਾ ਹੈ, ਉਹਨੂੰ ਸਾਰਿਆਂ ਦੀ ਭਾਸ਼ਾ ਆਉਂਦੀ ਹੈ। ਕਿਉਂਕਿ 4 ਪ੍ਰਕਾਰ ਦੀ ਭਾਸ਼ਾ ਹੈ ਇਸ ਧਰਤੀ ਤੇ, 4 ਤਰ੍ਹਾਂ ਨਾਲ ਸਾਰੇ ਜੀਵ ਬੋਲਦੇ ਨੇ। ਉਹਦੇ ਵਿੱਚ ਸਾਡੇ ਕੋਲ 4 ਹੀ ਭਾਸ਼ਾ ਨੇ। ਪਰ ਸਾਧ ਸੰਗਤ ਜੀ ਜਿਹੜੇ ਆ ਜੀਵ ਨੇ ਨਾ, ਜਿਨ੍ਹਾਂ ਕੋਲ ਰਸਨਾ ਨਹੀਂ, ਜਿਵੇਂ ਰੁੱਖ ਨੇ,
ਇਹਨਾਂ ਕੋਲ 4 ਭਾਸ਼ਾ ਨਹੀਂ, ਇੱਕੋ ਭਾਸ਼ਾ ਦੁਆਰਾ ਗੱਲ ਕਰਦੇ ਨੇ ਇੱਕ ਦੂਜੇ ਨਾਲ। ਸਾਡੇ ਕੋਲ ਜਿਵੇਂ 4 ਪ੍ਰਕਾਰ ਦੀ ਭਾਸ਼ਾ ਹੈ, ਉਹਦੇ ਵਿੱਚ ਸਭ ਤੋਂ ਪਹਿਲੀ ਜਦੋਂ ਅਸੀਂ ਬੋਲਨੇ ਆ ਉਹਨੂੰ ਕਹਿੰਦੇ ਨੇ ਬੈਖਰੀ, ਮੂੰਹ ਤੋਂ ਆਵਾਜ਼ ਕੱਢ ਕੇ ਸਪਸ਼ਟ ਕਹਿ ਦੇਣਾ, ਇਹ ਬੈਖਰੀ ਭਾਸ਼ਾ ਹੈ। ਇਹਨੂੰ ਅੰਗਰੇਜ਼ੀ ਵਾਲੇ ਕਹਿੰਦੇ ਓਪਨ ਭਾਸ਼ਾ ਦਾ ਓਪਨ ਹੋ ਜਾਣਾ, ਖੁੱਲੀ ਭਾਸ਼ਾ। ਇਹਦੇ ਤੋਂ ਅੱਗੇ ਸਾਧ ਸੰਗਤ ਮਧਮਾ, ਜਿਹੜੀ ਥੋੜੀ ਜਿਹੀ ਸਲੋ ਬੰਦਾ ਬੋਲਦਾ, ਥੋੜੀ ਜਿਹੀ ਧੀਮੀ ਆਪਣੇ ਗਲੇ ਵਿੱਚ ਬੋਲਦਾ। ਫਿਰ ਇਹਦੇ ਤੋਂ ਅੱਗੇ ਹੈ ਸਾਧ ਸੰਗਤ ਜੀ, ਉਹਨੂੰ ਕਹਿੰਦੇ ਨੇ ਪਸੰਤੀ, ਜੋ ਹਿਰਦੇ ਦੇ ਭਾਵ ਵਿੱਚ ਗੂੰਜਦੀ ਹੈ। ਤੇ ਸਭ ਤੋਂ ਨਿਚਲੀ ਹੈ ਉਹਨੂੰ ਕਹਿੰਦੇ ਪਰਾ, ਜਿੱਥੋਂ ਸ਼ਬਦ ਸ਼ੁਰੂ ਹੁੰਦਾ ਹੈ, ਨਾਭੀ ਤੋਂ। ਇਹ 4 ਪ੍ਰਕਾਰ ਦੀ ਭਾਸ਼ਾ ਇਸ ਬ੍ਰਹਿਮੰਡ ਵਿੱਚ ਹੈ। ਇਹਦੇ ਵਿੱਚ ਕੁਝ ਜੀਵ ਜਿਹੜੇ ਨੇ ਉਹ ਕੱਲੀ ਪਰਾ ਦੁਆਰਾ ਬੋਲਦੇ ਨੇ, ਜਿਵੇਂ ਰੁੱਖ ਨੇ, ਉਹਨਾਂ ਕੋਲ ਰਸਨਾ ਨਹੀਂ, ਉਹਨਾਂ ਕੋਲ ਸ਼ਬਦ ਨਹੀਂ, ਉਹਨਾਂ ਕੋਲ ਭਾਸ਼ਾ ਨਹੀਂ ਹੈ। ਇਸ ਤਰ੍ਹਾਂ ਜਿਹੜੇ ਪਰਮਾਤਮਾ ਦੇ ਬਣਾਏ ਹੋਏ ਜੀਵ ਨੇ ਉਹ ਕਈ ਪ੍ਰਕਾਰ ਦੀ ਭਾਸ਼ਾ ਬੋਲ ਸਕਦੇ ਨੇ, ਤੇ ਉਹਨਾਂ ਦੀ ਹਰ ਇੱਕ ਭਾਸ਼ਾ ਨੂੰ ਅਕਾਲ ਪੁਰਖ ਵਾਹਿਗੁਰੂ ਸਮਝਦਾ ਹੈ ਔਰ ਪੂਰੀ ਤਰ੍ਹਾਂ ਉਸ ਨੂੰ ਉਹਨਾਂ ਦੀ ਅਰਦਾਸ ਵੀ ਸੁਣਦਾ ਹੈ। ਇਸ ਤਰ੍ਹਾਂ ਕਹਿ ਰਹੇ ਨੇ, ਉਸਤਤ ਕਰੈ ਅਨੇਕ ਜਨ, ਅੰਤ ਨਾ ਪਾਰਾਵਾਰ, ਕੋਈ ਅੰਤ ਨਹੀਂ, ਇਹਦਾ ਕੋਈ ਅੰਤ ਨਹੀਂ ਲੱਭਿਆ ਜਾ ਸਕਦਾ। ਹਜ਼ੂਰ ਕਹਿੰਦੇ ਨਾਨਕ ਰਚਨਾ ਪ੍ਰਭ ਰਚੀ, ਬਹੁ ਬਿਧ ਅਨਕ ਪ੍ਰਕਾਰ। ਇਹ ਸਾਰੀ ਉਹਦੀ ਖੇਡ ਹੈ, ਉਹਦੀ ਰਚਨਾ ਕਿ ਉਹਨੇ ਅਨੇਕਤਾ ਪੈਦਾ ਕੀਤੀ, ਇੱਕ ਤੋਂ ਬਹੁਤ ਕੁਝ ਬਣਾ ਦਿੱਤਾ, ਵੱਖਰਾ ਵੱਖਰਾਪਣ ਪੈਦਾ ਕਰ ਦਿੱਤਾ। ਅੱਗੇ ਇਸ ਵਖਰੇਵੇਂ ਦੀ ਵਿਆਖਿਆ ਕਰਨਗੇ। ਸੱਚੇ ਪਾਤਸ਼ਾਹ ਨੇ ਬਚਨ ਸ਼ੁਰੂ ਕੀਤੇ, ਕਹਿੰਦੇ ਕਈ ਕੋਟ ਹੋਏ ਪੁਜਾਰੀ। ਪੁਜਾਰੀ ਸ਼ਬਦ ਵਰਤਿਆ ਹੈ। ਪੁਜਾਰੀ ਕਈ ਤਰ੍ਹਾਂ ਦੇ ਨੇ, ਪੂਜਾ ਅਨੇਕ ਤਰ੍ਹਾਂ ਦੀ ਪ੍ਰਚਲਿਤ ਹੋਈ ਹੈ। ਵੈਸੇ ਪੂਜਾ ਸ਼ੁਰੂ ਵਿੱਚ ਨਹੀਂ ਸੀ। ਪੂਜਾ ਕਿੰਨੀ ਪ੍ਰਕਾਰ ਦੀ ਹੈ? ਮੱਥਾ ਟੇਕਣਾ, ਪਰਿਕਰਮਾ ਕਰਨੀ, ਫੁੱਲ ਚੜਾਉਣੇ, ਆਰਤੀ ਕਰਨੀ। ਕਈ ਇੱਥੋਂ ਤੱਕ ਵੀ ਪੂਜਾ ਵਿੱਚ ਚਲੇ ਜਾਂਦੇ, ਆਪਣੇ ਇਸ਼ਟ ਦੇ ਅੱਗੇ ਜੀਵਾਂ ਨੂੰ ਵੱਢ ਦਿੰਦੇ ਨੇ, ਬਲੀ ਦਿੰਦੇ। ਇਹ ਕਈ ਪ੍ਰਕਾਰ ਦੀ ਪੂਜਾ ਹੈ। ਆਰੰਭ ਵਿੱਚ ਪੂਜਾ ਨਹੀਂ ਸੀ। ਪੂਜਾ ਕਿੱਥੋਂ ਸ਼ੁਰੂ ਹੋਈ? ਵਾਹਿਗੁਰੂ ਦੇ ਪਿਆਰੇ ਜਦੋਂ ਨਾਮ ਦੁਆਰਾ ਅਕਾਲ ਪੁਰਖ ਨਾਲ ਜੁੜੇ ਤੇ ਉਸ ਪਿਆਰ ਵਿੱਚ ਵਾਰ-ਵਾਰ ਉਹਨਾਂ ਦਾ ਮਸਤਕ ਝੁਕਿਆ ਅਕਾਲ ਪੁਰਖ ਦੇ ਅੱਗੇ, ਜਿਵੇਂ ਜਾਪ ਸਾਹਿਬ ਵਿੱਚ ਵਾਰ-ਵਾਰ ਨਮਸਕਾਰ ਕੀਤੀ ਗਈ। ਜਦੋਂ ਵਾਰ-ਵਾਰ ਝੁਕੇ, ਉਹਨਾਂ ਨੂੰ ਜਿਹੜੀ ਪ੍ਰਤੀਤੀ ਹੋਈ ਤੇ ਜਿਹੜਾ ਉਹਨਾਂ ਨੇ ਤਜਰਬਾ ਕੀਤਾ ਉਸ ਅਵਸਥਾ ਵਿੱਚ, ਫਿਰ ਉਹਨਾਂ ਨੇ ਸੰਸਾਰ ਦੇ ਜੀਵਾਂ ਦੇ ਭਲੇ ਵਾਸਤੇ ਉਹਨਾਂ ਨੂੰ ਤਰੀਕਾ ਦੱਸਿਆ ਵੀ ਪਰਮਾਤਮਾ ਦੀ ਤੁਸੀਂ ਬਾਹਰੋਂ ਪੂਜਾ ਕਰੋ, ਫਿਰ ਸਹਿਜੇ ਸਹਿਜੇ ਅੰਦਰੋਂ ਝੁਕਣਾ ਸ਼ੁਰੂ ਹੋ ਜਾਏਗਾ। ਬਾਹਰੋਂ ਪੂਜਾ ਸ਼ੁਰੂ ਹੋ ਗਈ, ਝੁਕਣਾ ਸ਼ੁਰੂ ਹੋ ਗਿਆ। ਆਰੰਭਤਾ ਕਿਤੇ ਹੋਰ ਹੁੰਦੀ ਹੈ ਪੂਜਾ ਦੀ। ਕਈ ਕੋਟ ਹੋਏ ਪੁਜਾਰੀ। ਵੈਸੇ ਪੁਜਾਰੀ ਸ਼ਬਦ ਦਾ ਜਿਹੜਾ ਅਰਥ ਹੈ ਨਾ, ਕਈ ਸ਼ਬਦ ਜਿਹੜੇ ਨੇ ਬਦਨਾਮ ਹੋ ਜਾਂਦੇ ਨੇ। ਜਿਵੇਂ ਮਸੰਦ ਸ਼ਬਦ ਬੜਾ ਉੱਚਾ ਹੈ, ਮਾੜਾ ਨਹੀਂ ਉਹ ਸ਼ਬਦ। ਮਸੰਦ ਦਾ ਅਰਥ ਹੈ ਅੱਗੇ ਤੁਰਨ ਵਾਲਾ। ਪਰ ਜਦੋਂ ਮਸੰਦ ਸ਼ਬਦ ਨਾਲ ਸੰਬੰਧ ਰੱਖਣ ਵਾਲੇ ਲੋਕਾਂ ਨੇ ਕੁਕਰਮ ਕੀਤੇ ਤੇ ਸ਼ਬਦ ਭ੍ਰਿਸ਼ਟ ਹੋ ਗਿਆ। ਹੁਣ ਅੱਜ ਅਸੀਂ ਜਿਹੜਾ ਬੰਦਾ ਬਹੁਤਾ ਭ੍ਰਿਸ਼ਟ ਹੋਵੇ ਜਾਂ ਗੁਰਦੁਆਰੇ ਦੀ ਗੋਲਕ ਖਾਂਦਾ ਹੋਵੇ, ਉਹਨੂੰ ਕਹਿੰਦੇ ਮਸੰਦ ਹੈ। ਮਸੰਦ ਬਹੁਤ ਉੱਚਾ ਸ਼ਬਦ ਹੈ ਵੈਸੇ, ਅੱਗੇ ਤੁਰਨ ਵਾਲਾ, ਆਗੂ, ਮਸਨਦ। ਇੱਥੇ ਜਿਹੜਾ ਪੁਜਾਰੀ ਸ਼ਬਦ ਇਹ ਵੀ ਬਹੁਤ ਉਚਾਈ ਰੱਖਦਾ ਹੈ। ਪੁਜਾਰੀ ਹੋਣਾ ਜ਼ਰੂਰੀ ਹੈ ਧਾਰਮਿਕ ਦਾ। ਪੁਜਾਰੀ ਕੌਣ ਹੈ? ਪੁਜਾਰੀ 2 ਤਰ੍ਹਾਂ ਦੇ ਨੇ। ਇੱਕ ਤੇ ਉਹ ਜਿਵੇਂ ਆਪਾਂ ਕਹਿੰਦੇ ਆ ਵੀ ਫਲਾਣਾ ਬੰਦਾ ਇੱਥੋਂ ਤੁਰਿਆ ਸੀ ਤੇ ਅੰਮ੍ਰਿਤਸਰ ਪੁੱਜ ਗਿਆ, ਪੁੱਜ ਤੋਂ ਪੁਜਾਰੀ ਬਣਿਆ। ਪੁੱਜਣ ਦਾ ਅਰਥ ਹੈ ਪਹੁੰਚਣਾ। 2 ਤਰ੍ਹਾਂ ਦੇ ਪੁਜਾਰੀ ਨੇ, ਇੱਕ ਜਿਹੜੇ ਰੱਬ ਦੇ ਘਰ ਵਿੱਚ ਪਹੁੰਚ ਕਰ ਗਏ ਤੇ ਇੱਕ ਰਾਹ ਵਿੱਚ ਤੁਰੇ ਜਾਂਦੇ ਨੇ, ਉਹ ਪੁੱਜਣਾ ਚਾਹੁੰਦੇ ਨੇ, ਜਾਣਾ ਚਾਹੁੰਦੇ ਨੇ। ਉਹ ਰਸਤੇ ਵਿੱਚ ਨੇ ਤੇ ਪੁੱਜਣਾ ਚਾਹੁੰਦੇ ਨੇ, ਉੱਥੇ ਪਹੁੰਚਣਾ ਚਾਹੁੰਦੇ ਨੇ। ਇਸ ਕਰਕੇ ਰੱਬ ਦੇ ਰਾਹ ਤੇ ਤੁਰਨ ਵਾਲਿਆਂ ਨੂੰ ਕਿਹਾ ਗਿਆ ਪੁਜਾਰੀ। ਪੁੱਜਣਾ ਚਾਹੁੰਦੇ ਨੇ, ਪੂਜਾ ਕਰ ਰਹੇ ਨੇ, ਉਹਦੇ ਪਿਆਰ ਵਿੱਚ ਤੁਰੀ ਜਾਂਦੇ। ਤਾਂ ਇਹ ਜਿਹੜੀ ਪੂਜਾ ਹੈ ਇਹ ਕਈ ਪ੍ਰਕਾਰ ਦੀ ਚੱਲੀ, ਪਰ ਸਹਿਜੇ ਸਹਿਜੇ ਇਹ ਪੂਜਾ ਜਿਹੜੀ ਫਿਰ ਪਖੰਡ ਦਾ ਰੂਪ ਧਾਰਨ ਕਰ ਜਾਂਦੀ। ਪਖੰਡ ਦਾ ਰੂਪ ਮੈਂ ਛੋਟੀ ਜਿਹੀ ਉਦਾਹਰਨ ਦੇ ਦਿਆਂ। ਇਸ ਦੇਸ਼ ਦੇ ਵਿੱਚ 33 ਕਰੋੜ ਦੇਵਤੇ ਦੀ ਪੂਜਾ ਚੱਲਦੀ। ਇੱਥੇ 33 ਕਰੋੜ ਦੇਵਤਿਆਂ ਦੀ ਗੱਲ ਚੱਲਦੀ। ਕੋਈ ਪਿੱਪਲ ਨੂੰ ਪੂਜਾ ਕਰਦਾ ਹੈ, ਕੋਈ ਕਿਸੇ ਰੁੱਖ ਨੂੰ, ਕੋਈ ਤੁਲਸੀ ਦੀ ਪੂਜਾ ਕਰਦਾ, ਕੋਈ ਕਿਸੇ ਦੀ ਪੂਜਾ ਕਰਦਾ। ਇਹ ਸ਼ੁਰੂ ਕਿੱਥੋਂ ਹੋਈ ਸੀ?
ਆਰੰਭਤਾ ਕਿੱਥੋਂ ਹੋਈ? ਜਿਵੇਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਇੱਕ ਸ਼ਬਦ ਲਵਾਂ। ਭਗਤ ਜੀ ਕਹਿੰਦੇ ਨੇ, ਮੈਂ ਸੋਚਿਆ ਬੜੇ ਲੋਕ ਮੰਦਿਰ ਜਾਂਦੇ ਨੇ ਪਾਣੀ ਲੈ ਕੇ, ਦੇਵਤੇ ਨੂੰ ਇਸ਼ਨਾਨ ਕਰਾਉਂਦੇ ਨੇ, ਕਿਤੇ ਮੈਂ ਇਸੇ ਤਰ੍ਹਾਂ ਹੀ ਨਾ ਰਹਿ ਜਾ। ਮੈਂ ਵੀ ਘੜਾ ਲਿਆ ਤੇ ਜਦੋਂ ਘੜਾ ਲੈ ਕੇ ਮੈਂ ਸਮੁੰਦਰ ਵਿੱਚੋਂ ਪਾਣੀ ਭਰਨ ਲੱਗਾ ਨਾ, ਉਹਦੇ ਵਿੱਚ ਮੱਛੀਆਂ ਸਨ, ਤੇ ਮੱਛੀਆਂ ਦੇ ਵਿੱਚੋਂ ਰੱਬ ਨੇ ਬੋਲ ਕੇ ਕਿਹਾ ਵੀ ਨਾਮਦੇਵ ਕਿੱਧਰ ਪਾਣੀ ਲੈ ਕੇ ਚੱਲਾਂ? ਮੈਂ ਤੇ ਇੱਥੇ ਪਹਿਲਾਂ ਹੀ ਇਸ਼ਨਾਨ ਪਿਆ ਕਰਨਾ। ਕਹਿੰਦੇ ਮੈਂ ਘੜਾ ਉੱਥੇ ਰੱਖ ਦਿੱਤਾ ਤੇ ਨਾਮਦੇਵ ਸਾਰਾ ਦਿਨ ਸਮੁੰਦਰ ਦੇ ਨਦੀ ਦੇ ਕਿਨਾਰੇ ਬਹਿ ਕੇ ਪੂਜਾ ਕਰੀ ਗਏ, ਰੱਬ ਦਾ ਸਿਮਰਨ ਕਰੀ ਗਏ। ਮੱਛੀ ਵਿੱਚੋਂ ਦਿਸ ਪਿਆ। ਉਹਨਾਂ ਦਾ ਸ਼ਬਦ ਆਉਂਦਾ, ਆਨੀ ਲੈ ਕੁੰਭ ਭਰਾਈ ਲੈ ਉਦਕ ਠਾਕੁਰ ਕੋ ਇਸ਼ਨਾਨ ਕਰੋ, 42 ਲੱਖ ਜੀ ਜਲ ਮੈਂ ਉੱਤੇ ਬੀਠਲ ਪਹਿਲਾ ਕਾਏ ਕਰੂੰ। ਉਹ ਤੇ ਉੱਥੇ ਵਸਿਆ, ਉੱਥੇ ਰਹਿ ਰਿਹਾ, ਇਸ਼ਨਾਨ ਕਰ ਰਿਹਾ। ਹੁਣ ਇੱਥੇ ਧਿਆਨ ਦੇਣਾ, ਸੰਸਾਰ ਕੀ ਗਲਤੀ ਕਰਦਾ ਹੈ। ਭਗਤ ਨਾਮਦੇਵ ਜੀ ਨੇ ਆਪਣੇ ਅੰਦਰ ਨਾਮ ਦੀ ਪ੍ਰੈਕਟਿਸ ਕੀਤੀ, ਨਾਮ ਜਪਿਆ, ਉਹਨਾਂ ਦੀ ਦ੍ਰਿਸ਼ਟੀ ਸਮ ਹੋ ਗਈ ਤੇ ਜਿੱਧਰ ਵੇਖਦੇ ਨੇ ਦਿਵ ਦ੍ਰਿਸ਼ਟੀ ਉਹਨਾਂ ਦੀ ਖੁੱਲ੍ਹ ਗਈ। ਜਿਵੇਂ ਆਪਾਂ ਪਹਿਲਾਂ ਇੱਕ ਦਿਨ ਵਿਚਾਰ ਕੀਤੀ ਸੀ, ਦ੍ਰਿਸ਼ਟੀ 4-5 ਪ੍ਰਕਾਰ ਦੀ ਹੈ। ਚਰਮ ਦ੍ਰਿਸ਼ਟੀ, ਚੰਮ ਤੱਕ ਸੀਮਤ ਰਹਿਣਾ, ਫਿਰ ਧਰਮ ਦ੍ਰਿਸ਼ਟੀ ਥੋੜ੍ਹਾ ਜਿਹਾ ਉੱਚੇ ਉੱਠਣਾ, ਫਿਰ ਸਾਧ ਸੰਗਤ ਦਿਵ ਦ੍ਰਿਸ਼ਟੀ ਜਿਹੜੀ ਸਤਿਗੁਰ ਨੂੰ ਮਿਲ ਕੇ ਪ੍ਰਾਪਤ ਹੁੰਦੀ ਹੈ, ਫਿਰ ਬ੍ਰਹਮ ਦ੍ਰਿਸ਼ਟੀ, ਸਾਰਿਆਂ ਵਿੱਚ ਬ੍ਰਹਮ ਦਾ ਵੇਖਣਾ। ਭਗਤ ਨਾਮਦੇਵ ਜੀ ਨੇ ਬੰਦਗੀ ਕੀਤੀ ਤੇ ਬੰਦਗੀ ਦੇ ਰਾਹੀਂ ਇੱਕ ਅੱਖ ਲੱਭ ਲਈ, ਜਿਹਨੂੰ ਕਹਿੰਦੇ ਨੇ ਦਿਵ ਦ੍ਰਿਸ਼ਟੀ ਤੇ ਬ੍ਰਹਮ ਦ੍ਰਿਸ਼ਟੀ। ਸਾਰਿਆਂ ਵਿੱਚੋਂ ਅਕਾਲ ਪੁਰਖ ਦੇ ਦਰਸ਼ਨ ਕਰਦੇ ਨੇ, ਭਾਵੇਂ ਰੁੱਖ ਹੈ, ਭਾਵੇਂ ਕੋਈ ਪੰਛੀ ਉੱਡਿਆ ਜਾਂਦਾ, ਭਾਵੇਂ ਗਊ ਹੈ, ਭਾਵੇਂ ਵੱਛਾ ਹੈ, ਤੇ ਭਾਵੇਂ ਪਾਣੀ ਵਿੱਚ ਮੱਛੀਆਂ ਨੇ। ਜਿੱਧਰ ਵੇਖਦੇ ਨੇ ਉਹਨਾਂ ਨੂੰ ਆਪਣਾ ਅਕਾਲ ਪੁਰਖ ਦੀਦਾਰ ਦਿੰਦਾ ਹੈ। ਹੁਣ ਉੱਥੇ ਕੀ ਕਰਾਂਗੇ? ਜੇ ਭਗਤ ਨਾਮਦੇਵ ਜੀ ਉੱਥੇ ਬੈਠੇ ਤੇ ਮੱਛੀ ਨੂੰ ਪਿਆਰ ਨਾਲ ਕਹਿ ਰਹੇ ਨੇ, ਤੂੰ ਹੀ ਰੱਬ ਹੈ, ਤੇਰੇ ਵਿੱਚ ਮੇਰਾ ਰੱਬ ਹੈ। ਤੇ ਨਾਮਦੇਵ ਨੇ ਤੇ ਪਹਿਲਾਂ ਅੰਦਰੋਂ ਵੇਖਿਆ, ਫਿਰ ਮੱਛੀ ਵਿੱਚੋਂ ਵੇਖਿਆ। ਤੇ ਜਿਹੜੇ ਉਹਨਾਂ ਦੇ ਕੋਲ ਸੰਗੀ ਸਾਥੀ ਹੋਣਗੇ ਨਾ, ਉਹਨਾਂ ਕੀ ਕਰਨਾ? ਨਾਮਦੇਵ ਜੀ ਨੇ ਚਲੇ ਜਾਣਾ ਉੱਥੋਂ, ਉਹਨਾਂ ਮੱਛੀ ਕੱਢ ਕੇ ਤੇ ਮੱਛੀ ਬਣਾ ਲੈਣੀ ਪੱਥਰ ਦੀ, ਉਹਨੂੰ ਉੱਚੇ ਥਾਂ ਤੇ ਰੱਖ ਕੇ ਉਹਦੇ ਅੱਗੇ ਮੱਥਾ ਟੇਕੀ ਜਾਣਗੇ, ਉਹਦੇ ਅੱਗੇ ਧੂਪ ਲਾਈ ਜਾਣਗੇ। ਇੱਥੋਂ ਗਲਤੀ ਸ਼ੁਰੂ ਹੋ ਜਾਂਦੀ ਪੂਜਾ ਵਿੱਚ। ਪੂਜਾ ਇਹ ਵੇਖੋ ਸ਼ੁਰੂ ਕਿੱਥੋਂ ਹੋਈ। ਪੂਜਾ ਸ਼ੁਰੂ ਹੋਈ ਅੰਦਰੋਂ ਤੇ ਬਾਹਰ ਫਿਰ ਫੈਲ ਗਈ ਚੌਵਾਂ ਪਾਸੇ। ਤੁਸੀਂ ਵੇਖੋ ਭਗਤ ਜੀ ਦੇ ਜੀਵਨ ਵਿੱਚ, ਜੇ ਮੰਦਰ ਅੱਗੋਂ ਲੰਘਦੇ ਨੇ ਤਾਂ ਉਹਨਾਂ ਨੂੰ ਕੋਈ ਪਰਵਾਹ ਨਹੀਂ, ਮੰਦਰ ਵਿੱਚ ਵੀ ਚਲੇ ਗਏ। ਜੇ ਇੱਕ ਮੁਸਲਮਾਨ ਫਕੀਰ ਆਉਂਦਾ ਤੇ ਉਹਨੂੰ ਜਾ ਕੇ ਗਲਵਕੜੀ ਵਿੱਚ ਲੈ ਲੈਂਦੇ। ਜੇ ਆਪਾਂ ਕਹੀਏ ਵੀ ਉਹ ਮੰਦਰ ਦੇ ਪੁਜਾਰੀ ਸਨ ਤੇ ਇਕੱਲੇ ਮੰਦਰ ਵਿੱਚ ਜਾਂਦੇ, ਉਹ ਕਦੀ ਕਿਸੇ ਦੂਸਰੇ ਮਤ ਦੇ ਫਕੀਰ ਨੂੰ ਨਹੀਂ ਸਨ ਮੰਨਦੇ। ਪਰ ਇੱਕ ਪਾਸੇ ਮੰਦਰ ਵਿੱਚ ਗਏ, ਦੂਸਰੇ ਪਾਸੇ ਇੱਕ ਮੁਸਲਮਾਨ ਫਕੀਰ, ਕੇਸਾਂ ਵਾਲੇ ਫਕੀਰ ਹੁੰਦੇ ਸਨ, ਉਹਨਾਂ ਨੂੰ ਕਹਿੰਦੇ ਸਨ ਅਬਦਾਲੀ, ਉਹ ਕਿਤੇ ਤੁਰੇ ਆਉਂਦੇ ਸਨ। ਨਾਮਦੇਵ ਜੀ ਤੁਰੇ ਜਾਂਦੇ ਨੇ, ਅੰਦਰੋਂ ਲਹਿਰ ਵੱਜੀ ਤੇ ਉਸ ਲਹਿਰ ਦੇ ਵਿੱਚ, ਪ੍ਰੇਮ ਦੇ ਵਿੱਚ ਉਸ ਅਬਦਾਲੀ ਫਕੀਰ ਵੱਲ ਵੇਖਿਆ ਤੇ ਉਹਦੇ ਵਿੱਚੋਂ ਝਲਕਾਰਾ ਪਿਆ ਰੱਬ ਦਾ। ਭਗਤ ਨਾਮਦੇਵ ਜੀ ਦੌੜ ਕੇ ਉਹਨੇ ਗਲਵਕੜੀ ਪਾ ਲਈ ਉਹਨਾਂ। ਉਹ ਵਿਚਾਰੇ ਕਹਿਣ ਵੀ ਇਹ ਕਿਧਰੋਂ ਮੇਰੇ ਗਲ ਪੈ ਗਿਆ। ਉਹਨਾਂ ਨੇ ਉੱਥੇ ਸ਼ਬਦ ਉਚਾਰਿਆ ਕਿ ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ। ਹੇ ਮੇਰੇ ਕਲੰਦਰ ਅਕਾਲ ਪੁਰਖ ਵਾਹਿਗੁਰੂ, ਤੂੰ ਅਬਦਾਲੀ ਵਾਲੇ ਫਕੀਰ ਵਾਲੇ ਕੱਪੜੇ ਪਾ ਕੇ ਆ ਗਏ। ਸਾਰਿਆਂ ਵਿੱਚੋਂ ਵੇਖ ਲਿਆ। ਜਦੋਂ ਦ੍ਰਿਸ਼ਟੀ ਗਹਿਰੀ ਹੋ ਜਾਂਦੀ ਹੈ ਸਾਧ ਸੰਗਤ, ਫਿਰ ਤੇ ਇਉਂ ਜਾਣੋ ਕਿ ਕੋਈ ਵੀ ਨਹੀਂ ਬਚਦਾ ਉਸ ਬੰਦੇ ਤੋਂ ਜਿਹਦੇ ਵਿੱਚੋਂ ਪਰਮਾਤਮਾ ਨੂੰ ਨਾ ਵੇਖ ਲਓ। ਤੁਸੀਂ ਜਾਪ ਸਾਹਿਬ ਪੜ੍ਹ ਕੇ ਵੇਖੋ, ਨਮੋ ਚੰਦਰ ਚੰਦਰੇ, ਨਮੋ ਸੂਰਜ ਸੂਰਜੇ। ਸਾਡੇ ਸੱਜਣਾ ਨੂੰ, ਗੁਰਮੁਖਾਂ ਨੂੰ ਅਜੇ ਤੱਕ ਨਹੀਂ ਸਮਝ ਆਈ ਜਾਪ ਸਾਹਿਬ ਦੀ। ਉਹ ਕਹਿੰਦੇ ਇਹ ਜਾਪ ਸਾਹਿਬ ਵਿੱਚ ਸੂਰਜ ਨੂੰ, ਚੰਦਰਮਾ ਨੂੰ ਨਮਸਕਾਰ ਕਿਉਂ ਹੈ? ਅਸੀਂ ਗੁਰੂ ਦੇ ਨੇੜੇ ਹੋ ਕੇ ਲੰਘੀਏ ਤੇ ਸਾਨੂੰ ਪਤਾ ਲੱਗੇ ਵੀ ਇਹ ਜਿਹੜੀ ਬਾਣੀ ਹੈ ਇਹ ਉਚਾਰੀ ਗਈ ਦਿਵ ਦ੍ਰਿਸ਼ਟੀ ਦੇ ਵਿੱਚੋਂ ਹੈ, ਜਿਹਦੇ ਵਿੱਚ ਤੁਸੀਂ ਸਾਰਿਆਂ ਵੱਲ ਵੇਖੋਗੇ, ਜਿਹਦੇ ਵੱਲ ਮਰਜ਼ੀ, ਭਾਵੇਂ ਦੁਸ਼ਮਣ ਵੱਲ, ਮਿੱਤਰ ਵੱਲ। ਤਾਂ ਜਿੰਨਾ ਚਿਰ ਅਸੀਂ ਮੂਲ ਨੂੰ ਨਹੀਂ ਨਾ ਬੁੱਝਦੇ, ਜੋ ਅਸ਼ਟਪਦੀ ਕੱਲ ਆਈ ਸੀ ਕਿ ਵੇਦ ਪੁਰਾਣ ਸਿਮਰਤ ਬੂਝੈ ਮੂਲ, ਸੂਖਮ ਮੈਂ ਜਾਣੈ ਅਸਥੂਲ, ਚੌ ਵਰਨਾ ਕੋ ਦੇ ਉਪਦੇਸ਼, ਨਾਨਕ ਉਸ ਪੰਡਤ ਕੋ ਸਦਾ ਆਦੇਸ਼। ਉਹਨਾਂ ਚਿਰ ਸਾਨੂੰ ਗੁਰੂ ਸਾਹਿਬ ਦੇ ਜਿਹੜੇ ਇੰਦੀਏ ਸਨ, ਆਸ਼ੇ ਸਨ ਗੁਰਬਾਣੀ ਵਿੱਚ, ਉਹ ਸਮਝ ਨਹੀਂ ਆਉਣਗੇ।
ਤਾਂ ਇਹ ਦਿਵ ਦ੍ਰਿਸ਼ਟੀ ਵਿੱਚ ਪੁਜਾਰੀ ਦੇ ਵਿੱਚ ਜੇ ਉਹਦੇ ਵਿੱਚ ਨਮਸਕਾਰ ਕਰਦਿਆਂ ਕਰਦਿਆਂ ਉਹਦਾ ਅੰਦਰ ਇੰਨਾ ਝੁਕਣ ਲੱਗ ਪਿਆ ਪਿਆਰ ਦੇ ਵਿੱਚ ਕਿ ਉਹਦੇ ਅੰਦਰੋਂ ਜੋਤ ਪ੍ਰਗਟ ਹੋ ਜਾਏ। ਹੁਣ ਇੱਥੇ ਇੱਕ ਮੈਂ ਹੋਰ ਉਦਾਹਰਨ ਦੇਣੀ ਚਾਹਾਂਗਾ, ਭੁਲੇਖੇ ਬਹੁਤ ਨੇ। ਇਸੇ ਤਰ੍ਹਾਂ ਭਗਤ ਨਾਮਦੇਵ ਜੀ ਦਾ ਇੱਕ ਸ਼ਬਦ ਆਉਂਦਾ ਹੈ ਜਿਹਦੇ ਵਿੱਚ ਉਹ ਆਪਣੇ ਰੱਬ ਨੂੰ ਦੁੱਧ ਪਿਆਉਂਦੇ ਨੇ। ਖਿਆਲ ਰੱਖਣਾ, ਦੁੱਧ ਦਾ ਪੇਸ਼ ਕਰਦੇ ਨੇ ਗਾਂ ਚੋ ਕੇ। ਉਹ ਸ਼ਬਦ ਬੜਾ ਪ੍ਰਚਲਿਤ ਵੀ ਹੈ, ਜਿਹਦੇ ਵਿੱਚ ਉਹ ਕਹਿੰਦੇ दूध पीओ गोबिंदे राए, दूध पीओ मेरो मन पति आए, नहीं ਤਾਂ घर को बाप रिसाए। सोइन कटोरी अमृत भरी, लै नामे हर आगे धरी। दूध पियाए भगत घर गया, नामे हर का दर्शन पाया। ਇਹਦੇ ਵਿੱਚ ਇੱਕ ਸ਼ਬਦ ਆਉਂਦਾ ਹੈ, ਇੱਕ ਪੰਕਤੀ ਆਉਂਦੀ ਜਿਹੜੀ ਇਹ ਸ਼ਬਦ ਨੂੰ ਕਲੀਅਰ ਕਰ ਦਿੰਦੀ, ਸਾਫ਼ ਕਰ ਦਿੰਦੀ। ਇਹਦੇ ਵਿੱਚ ਹੁਣ ਦੁਬਿਧਾ ਹੈ। ਕੁਝ ਟੀਕਾਕਾਰ ਲਿਖਦੇ ਰਹੇ ਕਿ ਨਾਮਦੇਵ ਜੀ ਨੇ ਮੂਰਤੀ ਦੀ ਪੂਜਾ ਕਰਕੇ ਰੱਬ ਨੂੰ ਪ੍ਰਾਪਤ ਕੀਤਾ ਸੀ, ਕਿਉਂਕਿ ਉਹਨਾਂ ਦਾ ਪਿਤਾ ਜਿਹੜਾ ਪੂਜਾ ਕਰਦਾ ਸੀ ਤੇ ਨਾਮਦੇਵ ਵੀ ਕਰਦੇ ਸਨ, ਉਹਦੇ ਵਿੱਚੋਂ ਮਿਲੇ ਨੇ ਉਹਨਾਂ ਨੂੰ। ਤੇ ਜਿਹੜਾ ਦੂਸਰਾ ਤਬਕਾ ਹੈ ਜਿਨ੍ਹਾਂ ਨੇ ਹੁਣੇ ਸਾਡੇ ਵਾਂਗੂ ਪੜ੍ਹਨਾ ਸ਼ੁਰੂ ਕੀਤਾ, ਉਹ ਕਹਿੰਦੇ ਨੇ ਵੀ ਇਹ ਜਿਹੜਾ ਸ਼ਬਦ ਹੈ ਨਾਮਦੇਵ ਜੀ ਨੇ ਕਦੀ ਮੂਰਤੀ ਅੱਗੇ ਦੁੱਧ ਨਹੀਂ ਰੱਖਿਆ। ਵੱਖਰੇ ਅਰਥ ਕੱਢ ਮਾਰੇ, ਸੁਰਤ ਨੂੰ ਗਾਂ ਬਣਾ ਦਿੱਤਾ, ਬੁੱਧੀ ਨੂੰ ਭਾਂਡਾ ਬਣਾ ਦਿੱਤਾ, ਕਟੋਰੀ ਬਣਾ ਦਿੱਤਾ, ਕੁਝ ਦਾ ਕੁਝ ਜੋੜ ਕੇ ਲਾ ਦਿੱਤਾ ਵੀ ਉਹ ਜਿਹੜੀ ਘਟਨਾ ਹੈ ਨਾ ਉਹਨੂੰ ਕੱਟਣਾ ਹੈ ਅਸੀਂ, ਵੀ ਕਿਤੇ ਨਹੀਂ ਦੁੱਧ ਪਿਆਇਆ। ਅਸਲ ਵਿੱਚ ਅਸੀਂ ਸਮਝਣ ਵਿੱਚ ਅਸਮਰਥ ਹੋ ਗਏ। ਜੇ ਅਸੀਂ ਉਸ ਢੰਗ ਨਾਲ ਉਹਨੂੰ ਵੇਖਦੇ, ਇਹ ਘਟਨਾ ਵੀ ਵਾਪਰੀ ਕਿ ਨਾਮਦੇਵ ਨੇ ਆਪਣੇ ਘਰ ਵੱਜੀ ਗਾਂ ਨੂੰ ਚੋਇਆ, ਦੁੱਧ ਭਰਿਆ ਤੇ ਉੱਥੇ ਇੱਕ ਮੂਰਤੀ ਹੈ ਸੀ ਬੀਠਲ ਦੀ, ਪਿਤਾ ਪੁਰਖੀ ਸੀ, ਉਹਦੇ ਅੱਗੇ ਰੱਖੀ ਵੀ। ਪਰ ਨਾਮਦੇਵ ਨੇ ਉਸ ਮੂਰਤੀ ਨੂੰ ਦੁੱਧ ਨਹੀਂ ਪਿਆਇਆ, ਆਪਣੇ ਰੱਬ ਨੂੰ ਦੁੱਧ ਪਿਆਇਆ। ਫਰਕ ਬਹੁਤ ਪੈ ਗਿਆ, ਧਿਆਨ ਦੇਣਾ। ਔਰ ਅਸੀਂ ਇਹ ਸਾਖੀ ਨੂੰ ਨਹੀਂ ਕੱਟ ਸਕਦੇ, ਕਿਉਂਕਿ ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਹਵਾਲਾ ਦਿੰਦੇ ਨੇ, ਪਿਓ ਕਿਤੇ ਕੰਮ ਚੱਲਿਆ ਨਾਮਦੇਵ ਨੂੰ ਕਹਿ ਸਮਝਾਇਆ, ਦੁੱਧ ਪਿਆਲਣ ਕਹਿ ਸਮਝਾਇਆ। ਨਾਮਦੇਵ ਜੀ ਦੇ ਪਿਤਾ ਭਾਈ ਗੁਰਦਾਸ ਜੀ ਕਹਿੰਦੇ ਕਿਤੇ ਚੱਲੇ ਸਨ ਤੇ ਰੋਜ਼ ਉਹਨਾਂ ਦਾ ਕੰਮ ਸੀ ਵੀ ਗਾਂ ਚੋਣੀ ਤੇ ਠਾਕੁਰ ਅੱਗੇ ਰੱਖਣੀ। ਤੇ ਕਈ ਤੇ ਉਸ ਮੂਰਤੀ ਦੇ ਮੂੰਹ ਵਿੱਚ ਵੀ ਭਾਂਡਾ ਲਾ ਕੇ ਨਾ, ਉਹ ਪੱਥਰ ਦਾ ਜਿਹੜਾ ਮੂੰਹ ਬਣਿਆ ਹੁੰਦਾ ਉਹਦੇ ਵਿੱਚ ਵੀ ਪਾਉਂਦੇ ਨੇ ਥੋੜਾ ਜਿਹਾ, ਤੇ ਉਹ ਬਾਅਦ ਚੁੱਕ ਕੇ ਲੈ ਜਾਣਾ ਤੇ ਆਪ ਪੀ ਲੈਣਾ। ਉਹ ਇੱਕ ਰਵਾਇਤ ਸੀ, ਚੱਲਦੀ ਸੀ। ਜਦੋਂ ਜਾਣ ਲੱਗੇ ਕਿਤੇ ਦਿਹਾੜੀ ਕੰਮ ਪੈ ਗਿਆ, ਕਿਤੇ ਰਿਸ਼ਤੇਦਾਰਾਂ ਕੋਲ ਜਾਣਾ ਸੀ, ਨਾਮਦੇਵ ਨੂੰ ਕਹਿੰਦੇ ਨਾਮਦੇਵ ਇੱਕ ਖਿਆਲ ਰੱਖੀ, ਆਪਾਂ ਪਿਤਾ ਪੁਰਖ ਹੀ ਸ਼ੁਰੂ ਤੋਂ ਕੰਮ ਕਰਨੇ ਆ ਤੇ ਸੰਸਾਰੀ ਬੰਦਾ ਸਿਰਫ ਡਰਦਾ ਹੀ ਏ ਵੀ ਕਿਤੇ ਦੁੱਧ ਨਾ ਪਿਆਇਆ ਤੇ ਦੇਵਤਾ ਕਿਤੇ ਤੰਗ ਨਾ ਕਰੇ, ਬਸ ਇਸੇ ਕਰਕੇ। ਹੋਰ ਕੋਈ ਉਹਦੇ ਵਿੱਚ ਪੂਜਾ ਪਰਮਾਤਮਾ ਦੀ ਨਹੀਂ। ਤੂੰ ਇਸ ਤਰ੍ਹਾਂ ਕਰੀ ਵੀ ਗਾਂ ਚੋ ਕੇ ਨਾ ਦੁੱਧ ਦਾ ਇਹਦਾ ਭੋਗ ਲਵਾ ਦੇਂ ਅੱਗੇ। ਨਾਮਦੇਵ ਜੀ ਵਿਚਾਰੇ ਭੋਲੇ ਸਨ, ਭਗਤ ਸਨ। ਉਹ ਚਲੇ ਗਏ, ਉਹਨਾਂ ਨੇ ਬੜੇ ਸ਼ੌਂਕ ਨਾਲ, ਕਿਉਂਕਿ ਸ਼ੁਰੂ ਹੀ ਸ਼ੌਂਕ ਹੋ ਗਿਆ, ਚਾਹ ਮਨ ਦੇ ਵਿੱਚ। ਉਹਨਾਂ ਸੋਚਿਆ ਵੀ ਅੱਜ ਮੌਕਾ ਮਿਲਿਆ, ਪਿਤਾ ਜੀ ਨੂੰ ਤੇ ਰੋਜ਼ ਰੱਬ ਮਿਲਦਾ ਤੇ ਦੁੱਧ ਪੀਂਦਾ, ਅੱਜ ਕੁਦਰਤੀ ਮੌਕਾ ਬਣ ਗਿਆ ਵੀ ਉਹ ਚਲੇ ਗਏ ਨੇ, ਅੱਜ ਮੈਂ ਪਿਆਵਾਂਗਾ। ਅੰਦਰ ਪਹਿਲਾਂ ਤੇ ਇਰਾਦਾ ਆ ਗਿਆ। ਔਰ ਇਹ ਖਿਆਲ ਰੱਖਣਾ, ਇਰਾਦਾ ਬਣਾਇਆ ਨਹੀਂ ਬਣਦਾ, ਕਿਸੇ ਥਾਂ ਤੋਂ ਉੱਗਦਾ ਹੈ ਅੰਦਰੋਂ। ਵਿਸ਼ਵਾਸ ਕਿਤੋਂ ਉੱਗਦਾ ਹੈ, ਵਿੱਚੋਂ ਨਿਕਲਦਾ ਹੈ, ਉਹ ਅਸਲੀ ਹੁੰਦਾ ਹੈ। ਨਾਮਦੇਵ ਦੇ ਮਨ ਵਿੱਚ 1% ਵੀ ਸ਼ੱਕ ਦੀ ਗੁੰਜਾਇਸ਼ ਨਹੀਂ ਸੀ ਕਿ ਰੱਬ ਨਹੀਂ ਪੀਏਗਾ। ਉਹਨੇ ਪਹਿਲਾਂ ਗਾਂ ਦਾ ਬੱਚਾ ਖੋਲ੍ਹਿਆ ਹੀ ਤਾਂ ਵੀ ਅੱਜ ਪੀਣਾ ਹੀ ਪੀਣਾ। ਉਸਨੇ ਗਾਂ ਚੋਈ, ਮੂਰਤੀ ਦੇ ਅੱਗੇ ਲਿਆ ਕੇ ਦੁੱਧ ਰੱਖ ਦਿੱਤਾ, ਅੱਗੇ ਬੈਠ ਗਏ। ਕਹਿੰਦੇ ਪੀਓ ਭਗਵਾਨ ਜੀ, ਦੁੱਧ ਪੀਓ ਗੋਬਿੰਦੇ ਰਾਏ। ਹੁਣ 2 ਮਿੰਟ ਰੱਖਿਆ, 4 ਮਿੰਟ ਭਗਵਾਨ ਕਿੱਥੋਂ ਪੀਏ ਵਿਚਾਰਾ, ਪਿੰਡੋਂ ਹੀ ਤੇ ਬਣਵਾਇਆ ਸੀ ਕਿਸੇ ਮਿਸਤਰੀ ਤੋਂ ਪੱਥਰ ਦਾ, ਉਹ ਕਿੱਥੋਂ ਪੀਏ, ਪੱਥਰ ਦੇ ਬਣੇ ਸਨ। 2-4 ਮਿੰਟ 10 ਮਿੰਟ ਬੈਠੇ, ਫਿਰ ਕਹਿੰਦੇ ਦੁੱਧ ਪੀਓ ਮੇਰੋ ਮਨ ਪਤੀ ਆਏ, ਮੇਰਾ ਮਨ ਤਾਂ ਖੁਸ਼ ਹੋਵੇਗਾ ਜੇ ਦੁੱਧ ਪੀਓਗੇ। ਤੇ ਇੰਨੇ ਗਹਿਰੇ ਭੋਲੇਪਣ ਵਿੱਚ ਉਹਨਾਂ ਨੇ ਕਿਹਾ ਨਾ
ਉੱਥੇ ਹੈ ਤਾਂ ਮੂਰਤੀ ਸੀ, ਪਰ ਭਗਵਾਨ ਤੱਕ ਖਬਰ ਪਹੁੰਚ ਗਈ। ਜਿਹੜਾ ਨਹੀਂ ਦਿਸਦਾ, ਜਿਹੜਾ ਅਦ੍ਰਿਸ਼ਟ ਤੇ ਸਾਰੇ ਥਾਵਾਂ ਤੇ ਰਹਿੰਦਾ, ਸਭੈ ਘਟ ਰਾਮ ਬੋਲੇ, ਉਹ ਗੱਲ ਇੰਨੇ ਗਹਿਰੇ ਥਾਂ ਤੋਂ ਆ ਰਹੀ ਸੀ ਕਿ ਪ੍ਰਮਾਤਮਾ ਦੇ ਦਰਵਾਜ਼ੇ ਦੀ ਕੁੰਡੀ ਖੜਕ ਗਈ ਵੀ ਥੱਲੇ ਕੋਈ ਤੈਨੂੰ ਯਾਦ ਕਰ ਰਿਹਾ ਦੁੱਧ ਲੈ ਕੇ। ਪਰਮਾਤਮਾ ਨੂੰ ਉਸ ਮੂਰਤੀ ਦੇ ਵਿੱਚੋਂ ਨਿਕਲਣਾ ਪਿਆ, ਪ੍ਰਗਟ ਹੋਣਾ ਪਿਆ, ਕਿਉਂਕਿ ਅਸੀਂ ਇਹ ਤੇ ਮੰਨਦੇ ਆ ਨਾ ਵੀ ਜਲ ਥਲ ਮਈਅਲ ਪੂਰਿਆ ਹੈ ਨਾ, ਉਹਦੇ ਵਿੱਚ ਵੀ ਪਾਣੀ ਵਿੱਚ ਵੀ ਹੈ, ਧਰਤੀ ਵਿੱਚ ਵੀ ਹੈ, ਸਾਰੇ ਥਾਵਾਂ ਤੇ ਹੈ ਤੇ ਸਹੀ ਨਾ। ਉੱਥੋਂ ਉਹਨੂੰ ਨਿਕਲਣਾ ਪਿਆ ਤੇ ਨਿਕਲ ਕੇ ਨਾ ਨਾਮਦੇਵ ਵੱਲ ਪਰਮਾਤਮਾ ਇੱਕ ਵਾਰੀ ਜ਼ੋਰ ਦੀ ਹੱਸਿਆ। ਭਗਤ ਜੀ ਕਹਿੰਦੇ ਨਾਮਦੇਵ ਨੇ ਸਾਹਮਣੇ ਵੇਖਿਆ, ਉਹਨਾਂ ਦੁੱਧ ਪੀਤਾ ਬਿਲਕੁਲ ਸਾਫ਼। ਹੁਣ ਇੱਥੇ ਅਸੀਂ ਸੱਜਣ ਕਈ ਤਰਕ ਕਰਨਗੇ ਵੀ ਦੁੱਧ ਕਿਵੇਂ ਪੀ ਲਿਆ ਜਿਹੜਾ ਦਿਸਦਾ ਨਹੀਂ, ਸਰੀਰ ਤੇ ਉਹਦਾ ਹੀ ਨਹੀਂ। ਸਾਧ ਸੰਗਤ ਜੀ, ਉਹਨੇ ਜਿਹੜਾ ਕਈ ਸਰੀਰ ਬਣਾ ਸਕਦਾ ਆਪਾਂ ਨੂੰ ਬਣਾਇਆ ਨਾ, ਮੰਨਦੇ ਆ ਕਿੰਨੇ ਸਰੀਰ ਬਣਾਏ ਨੇ ਆਪਾਂ, ਹਜ਼ਾਰਾਂ ਸਰੀਰ ਬੈਠੇ ਆ, ਕਿੰਨੇ ਬਣਾਏ ਨੇ? ਉਹਨੇ ਹੀ ਬਣਾਏ ਨਾ। ਜਿਹੜਾ ਦੂਜਿਆਂ ਦੇ ਸਰੀਰ ਬਣਾ ਸਕਦਾ ਆਪਣਾ ਵੀ ਬਣਾ ਸਕਦਾ। ਉਹ ਇਹ ਨਹੀਂ ਵੀ ਉਹ ਆਪਣਾ ਨਹੀਂ ਬਣਾ ਸਕਦਾ, ਪਰ ਉਹ ਇੰਨੀ ਜਲਦੀ ਬਣਾਉਂਦਾ ਨਹੀਂ, ਸੌਖਾ ਸੌਖਾ ਜੀਵਨ ਭੇਟ ਕਰਨਾ ਪੈਂਦਾ ਕਿਸੇ। ਜਿਸ ਵੇਲੇ ਉਸ ਥਾਂ ਤੇ ਪ੍ਰਗਟ ਹੋ ਕੇ ਉਹਨਾਂ ਦੁੱਧ ਪੀਤਾ ਨਾ, ਤੇ ਭਗਤ ਜੀ ਕਹਿੰਦੇ ਵੀ ਰੱਬ ਮੇਰੇ ਵੱਲੋਂ ਵੇਖ ਕੇ ਹੱਸਿਆ ਸੀ। ਮੈਂ ਪੁੱਛਿਆ ਜੀ ਹੱਸੇ ਕਿਉਂ, ਕੀ ਗੱਲ? ਕਹਿੰਦੇ ਹੱਸਿਆ ਤਾਂ ਹਾਂ ਵੀ ਭਗਤ ਮੇਰੇ ਬੜੇ ਨੇ, ਪਰ ਤੇਰੇ ਵਰਗਾ ਸਿੱਧਾ ਕੋਈ ਨਹੀਂ। ਭਲਾ ਮੈਂ ਮੂਰਤੀਆਂ ਵਿੱਚ ਦੁੱਧ ਪੀਂਦਾ ਫਿਰਨਾ, ਤੂੰ ਬਹੁਤ ਸਾਦਾ, ਬਹੁਤ ਸਿੱਧਾ ਹੈ। ਔਰ ਇਹ ਪੰਕਤੀ ਹੀ ਇਸ ਸ਼ਬਦ ਦੇ ਰਹੱਸ ਨੂੰ ਖੋਲ੍ਹਦੀ, ਜਿਹਦੇ ਵਿੱਚ ਉਹ ਕਹਿੰਦੇ ਨਾਮੇ ਦੇਖ ਨਰਾਇਣ ਹੱਸੈ, ਕਿਉਂ ਹੱਸੇ? ਏਕ ਭਗਤ ਮੇਰੇ ਹਿਰਦੈ ਵਸੈ। ਨਾਮਦੇਵ ਤੂੰ ਮੇਰੇ ਹਿਰਦੇ ਵਿੱਚ ਵਸਣਾ। ਹੱਸੇ ਕਿਉਂ? ਕਿਉਂਕਿ ਇਹਦੇ ਵਿੱਚ ਓਪਨ ਨਹੀਂ ਕੀਤਾ ਵੀ ਉਹਦੇ ਭੋਲੇਪਣ ਤੋਂ ਹੱਸੇ ਸਨ, ਪਰ ਆਪਾਂ ਪਤਾ ਹੈ ਹੱਸਨੇ ਆ ਕਿਸੇ ਬੱਚੇ ਵੱਲ ਵੇਖ ਕੇ। ਜਦੋਂ ਕਿਸੇ ਉਹਨੂੰ ਕਹਿ ਦਈਏ ਵੀ ਆਕਾਸ਼ ਦੇ ਵਿੱਚ ਤੇਰਾ ਚੰਦਰਮਾ, ਜਿਹੜਾ ਪਹਿਲਾਂ ਮਾਮਾ ਕਹਿੰਦੇ ਹੁੰਦੇ ਸਨ, ਚੰਦਾ ਮਾਮਾ ਹੁਣ ਤੱਕ ਚੱਲਦਾ ਰਿਹਾ ਨਾ, ਤੇ ਉਹ ਵਿਚਾਰਾ ਮੰਨ ਜਾਂਦਾ ਸੀ, ਉਹਨੂੰ ਮਾਮਾ ਹੀ ਸਮਝਦਾ ਸੀ। ਕਈ ਵਾਰੀ ਕਹਿ ਵੀ ਦਿੰਦਾ ਸੀ ਵੀ ਆਪਾਂ ਜਾਣਾ ਨਹੀਂ ਉੱਥੇ ਨਾਨਕੇ ਮਿਲਣ ਵਾਸਤੇ, ਇਹ ਵੀ ਕਹਿ ਦਿੰਦਾ ਸੀ। ਤਾਂ ਉਹਦੇ ਇਸ ਭੋਲੇਪਣ ਤੋਂ ਉਹਦਾ ਪਿਤਾ ਵਿੱਚੋਂ ਵਿੱਚ ਹੱਸਦਾ ਸੀ ਵੀ ਇਹਨੂੰ ਮੈਂ ਸੁਣਾਇਆ ਤੇ ਵੈਸੇ ਹੀ ਹੈ। ਪਰਮਾਤਮਾ ਉਹਦੀ ਇਸ ਕਿਰਤ ਤੋਂ, ਭਗਤ ਜੀ ਦੇ ਕੰਮ ਤੋਂ ਵੇਖ ਕੇ ਹੱਸੇ ਵੀ ਇਹ ਤੇ ਪੰਡਤਾਂ ਦਾ ਕੰਮ ਸੀ, ਮੂਰਤੀ ਨੂੰ ਪੂਜਾ ਕਰਾਉਣੀ, ਤੂੰ ਕਿਹੜੇ ਪਾਸੇ ਆ ਵੜਿਆ, ਇਸ ਕਿਹੜੇ ਚੱਕਰ ਵਿੱਚ ਪੈ ਗਿਆ? ਚਲੋ ਹੁਣ ਆਇਆ ਤੇ ਹੁਣ ਮੈਨੂੰ ਦੁੱਧ ਤੇਰਾ ਪੀਣਾ ਹੀ ਪੈਣਾ ਹੈ। ਇਸ ਲਈ ਨਾਮਦੇਵ ਜੀ ਨੇ ਮੂਰਤੀ ਦੀ ਵਰਤੋਂ ਨਹੀਂ ਕੀਤੀ, ਪ੍ਰੇਮ ਦੀ ਵਰਤੋਂ ਕੀਤੀ ਹੈ। ਪਰਮਾਤਮਾ ਉੱਥੋਂ ਪ੍ਰਗਟ ਹੋਇਆ ਤੇ ਉਹਨੇ ਦੁੱਧ ਪੀਤਾ, ਸਾਫ਼ ਹੈ ਬਿਲਕੁਲ। ਜੇ ਅਸੀਂ ਇਹਦੇ ਵਿਚਕਾਰੋਂ ਲਵਾਂਗੇ ਤੇ ਸਮਝ ਆ ਜਾਏਗਾ। ਤਾਂ ਇਹ ਹੈ ਪੂਜਾ। ਪੁਜਾਰੀ ਹੈ ਹੀ ਉਹ ਜਿਹੜਾ ਪੂਜਾ ਕਰਦਾ ਕਰਦਾ ਆਪਣੇ ਆਪ ਨੂੰ ਨਸ਼ਟ ਕਰ ਦੇਵੇ, ਆਪਣੇ ਆਪ ਨੂੰ ਸਮਾਪਤ ਕਰਦਾ ਹੈ। ਪੁਜਾਰੀ ਹੈ ਹੀ ਉਹ। ਪੁਜਾਰੀਆਂ ਦੇ ਸੰਬੰਧ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੇ। ਭਗਤ ਕਬੀਰ ਜੀ ਦਾ ਇੱਕ ਪੂਰਾ ਸ਼ਬਦ ਪੂਜਾ ਦੇ ਸੰਬੰਧ ਵਿੱਚ ਹੈ, ਜਿਹਦੇ ਵਿੱਚ ਉਹ ਕਹਿੰਦੇ ਨੇ ਭੂਲੀ ਮਾਲਣੀ ਹੈ ਉਹ ਸਤਿਗੁਰ ਜਾਗਤਾ ਹੈ ਦਿਓ, ਬ੍ਰਹਮਪਾਤੀ ਵਿਸ਼ਨਡਾਰੀ ਫੂਲ ਸ਼ੰਕਰ ਦਿਓ। ਇਹਦੀ ਵਿਆਖਿਆ ਬਹੁਤ ਲੰਬੀ ਹੈ, ਅਜੇ ਕਾਫੀ ਕੰਮ ਪਿਆ ਹੈ ਅਸ਼ਟਪਦੀ ਦਾ। ਤਾਂ ਉਹਦੇ ਵਿੱਚ ਇਹ ਕੀ ਹੁੰਦਾ ਹੈ ਕਿ ਜਿਹੜੀ ਮੂਰਤੀ ਨੂੰ ਕੁਝ ਖਵਾਉਂਦੇ ਨੇ ਨਾ, ਭਗਤ ਜੀ ਸਭ ਤੋਂ ਪਿੱਛੇ ਕਹਿੰਦੇ, ਮੈਂ ਸਾਰੇ ਅਰਥ ਨਹੀਂ ਕਰ ਸਕਾਂਗਾ, ਲੰਬਾ ਸ਼ਬਦ ਹੈ। ਉਹਦੇ ਵਿੱਚ ਕਹਿੰਦੇ ਨੇ ਭੋਗਣ ਹਾਰੈ ਭੋਗਿਆ ਇਸ ਮੂਰਤ ਕੈ ਮੁਖ ਛਾਰ। ਮੂਰਤੀ ਦੇ ਮੂੰਹ ਦੇ ਵਿੱਚ ਛਾਰ ਦੇ ਅਰਥ ਨੇ ਸਵਾਹ। ਭੋਗਣ ਹਾਰੇ ਭੋਗਿਆ, ਪੀਣ ਵਾਲਾ ਪੀ ਗਿਆ, ਖੀਰ ਰੱਖੀ ਉਹਦੇ ਅੱਗੇ ਤੇ ਆਪ ਖਾ ਗਿਆ। ਮੈਂ ਸ਼ਬਦ ਨੂੰ ਬੜੀ ਵਾਰੀ ਪੜ੍ਹਦਾ ਰਿਹਾ, ਪਰ ਇੱਕ ਵਾਰੀ ਮੈਂ ਇਹਦੇ ਅਰਥ ਪੁੱਛੇ ਵੀ ਇਸ ਮੂਰਤ ਕੈ ਮੁਖ ਛਾਰ ਇਹ ਕੀ ਹੈ? ਕਹਿਣ ਲੱਗੇ ਬਿਲਕੁਲ ਸਾਫ਼ ਨੇ ਅਰਥ ਇਹਦੇ, ਵੀ ਜਦੋਂ ਮੂਰਤੀ ਨੂੰ ਖੀਰ ਜਾਂ ਕੋਈ ਮਿੱਠੀ ਚੀਜ਼ ਮੂੰਹ ਨੂੰ ਲਾਉਂਦੇ ਨੇ ਨਾ, ਤੇ ਪੁਜਾਰੀ ਨੂੰ ਪਤਾ ਹੈ ਵੀ ਜੇ ਇਸੇ ਤਰ੍ਹਾਂ ਮਿੱਠਾ ਇਹਦੇ ਮੂੰਹ ਨੂੰ ਲੱਗਾ ਰਿਹਾ ਤੇ ਕੀੜੀਆਂ ਚੜ ਜਾਣੀਆਂ। ਉਹ ਫਿਰ ਸਾਹ ਲੈ ਕੇ ਮਲ ਦਿੰਦੇ ਨੇ ਉਹਦੇ ਉੱਤੇ,
ਵੀ ਕੀੜੀ ਨਾ ਚੜੇ, ਯਾਨੀ ਕਿ ਸਾਫ਼ ਮਾਂਜ ਦਿੰਦੇ, ਉਹਦੇ ਚੁਲੀ ਕਰਾ ਦਿੰਦੇ ਕਹਿ ਲਓ। ਤਾਂ ਇਹ ਹੈ ਪੂਜਾ ਦਾ ਸੰਬੰਧ। ਪਰ ਜਿਹੜੇ ਪ੍ਰੇਮ ਵਿੱਚ ਆ ਕੇ ਪੂਜਾ ਕਰਦੇ ਨਾ, ਉਹ ਸਾਧ ਸੰਗਤ ਜੀ, ਇੱਕ ਪੁਜਾਰੀ ਭਗਤ ਹੋਏ ਨੇ ਬੜੇ ਪਿਆਰ ਵਾਲੇ, ਭਗਤੀ ਕਰਦੇ ਸਨ। ਭਗਤੀ ਕਰਦੇ ਕਰਦੇ ਘਰਦਿਆਂ ਨੇ ਕੱਢ ਦਿੱਤਾ, ਕੰਮ ਕਰਦੇ ਨਹੀਂ ਸਨ। ਉਹ ਕਹਿੰਦੇ ਵੀ ਵਿਹਲੇ ਰਹਿਣ ਦਾ ਇੱਥੇ ਕੋਈ ਕੰਮ ਨਹੀਂ, ਜਾ ਕੋਈ ਮੰਦਿਰ ਗੁਰਦੁਆਰਾ ਵੇਖ ਜਾ ਕੇ, ਕੱਢ ਦਿੱਤਾ ਉੱਥੋਂ। ਹੁਣ ਉਹ ਸਨ ਭਗਤ, ਤੇ ਭਗਤ ਕਿਹੜਾ ਪੂਜਾ ਸਿੱਖਦਾ, ਉਹ ਕਿਹੜਾ ਕਿਤੇ ਕੋਰਸ ਕਰਨ ਜਾਂਦਾ ਕਾਲਜ ਵਿੱਚ ਵੀ ਕਿਵੇਂ ਕਰਨੀ। ਪੂਜਾ ਉਹਨਾਂ ਸਿੱਖੀ ਨਹੀਂ ਸੀ, ਘਰਦਿਆਂ ਨੇ ਕੱਢ ਦਿੱਤਾ। ਤੇ ਲੰਘਦੇ ਲੰਘਦੇ ਇੱਕ ਦੋ ਮੰਦਰਾਂ ਵਿੱਚ ਗਏ, ਉਹਨਾਂ ਕਿਹਾ ਵੀ ਸਾਨੂੰ ਪੂਜਾ ਕਰਕੇ ਵਿਖਾ, ਅਸੀਂ ਤੈਨੂੰ ਰੱਖ ਲਾਂਗੇ। ਉਹਨੇ ਕਿਹਾ ਮੈਂ ਰੋਟੀ ਖਾਣੀ ਹੁੰਦੀ ਸਿਰਫ, ਹੋਰ ਕੁਝ ਨਹੀਂ। ਤਾਂ ਸਾਧ ਸੰਗਤ ਬਹੁਤ ਮੰਦਰ ਉਹਨਾਂ ਨੇ ਲੱਭੇ, ਪਰ ਕੋਈ ਵੀ ਪ੍ਰਬੰਧਕ ਉਹਨਾਂ ਨੂੰ ਰੱਖਣ ਲਈ ਤਿਆਰ ਨਹੀਂ ਸੀ, ਕਿਉਂਕਿ ਪ੍ਰਬੰਧਕਾਂ ਨੂੰ ਖੁਸ਼ ਕਰਨਾ, ਗੁਰੂ ਅਜੇ ਖੁਸ਼ ਹੋ ਜਾਂਦਾ, ਪਰ ਇਹ ਸਾਧ ਸੰਗਤ ਬਹੁਤ ਔਖਾ ਹੈ। ਉਹ ਜਿਸ ਵੇਲੇ ਪੂਜਾ ਕਰਨ ਵਾਸਤੇ ਲਾਉਣਾ, ਉਹਨਾਂ ਨੂੰ ਠੀਕ ਨਾ ਹੋਣੀ, ਸਿੱਧਾ ਪੁੱਠਾ ਕਰ ਦੇਣਾ ਕੰਮ। ਉਹਨਾਂ ਕਹਿਣਾ ਵੀ ਅਸੀਂ ਨਹੀਂ ਰੱਖਣਾ। ਉਹਨੂੰ ਪਤਾ ਲੱਗਾ ਵੀ ਇੱਕ ਪਿੰਡ ਦੇ ਵਿੱਚ ਇੱਕ ਮੰਦਿਰ ਹੈ, ਉੱਥੇ ਪੁਜਾਰੀ ਕੋਈ ਨਹੀਂ ਰਹਿੰਦਾ, ਬੜੇ ਘੱਟ, ਕਿਉਂਕਿ ਆਮਦਨ ਬੜੀ ਥੋੜੀ। ਉੱਥੇ ਚਲੇ ਗਏ। ਜਿਹੜੇ ਇੱਕ ਦੋ ਸੱਜਣ ਬੈਠੇ ਸਨ, ਉਹਨਾਂ ਨੂੰ ਕਿਹਾ ਵੀ ਮੈਂ ਰਹਿਣਾ ਚਾਹੁੰਦਾ, ਤੁਸੀਂ ਰੱਖੋ ਤੇ ਠੀਕ ਹੈ। ਉਹਨਾਂ ਕਿਹਾ ਵੀ ਤੂੰ ਰਹਿ ਜਾ, ਸਾਡੇ ਕੋਲ ਆਉਂਦਾ ਕੋਈ ਨਹੀਂ, ਅਸੀਂ ਤੇਰਾ ਟੈਸਟ ਵੀ ਨਹੀਂ ਲੈਂਦੇ, ਤੂੰ ਪੂਜਾ ਕਰਿਆ ਕਰ ਦੋਵੇਂ ਟਾਈਮ। ਹੁਣ ਉਹਨਾਂ ਨੇ ਪੂਜਾ ਕਰਨੀ ਸੀ, ਭੋਜਨ ਪਾਣੀ ਤਿਆਰ ਕੀਤਾ, ਥਾਲੀ ਵਿੱਚ ਪਾਈ ਸਬਜ਼ੀ, ਪ੍ਰਸ਼ਾਦੇ ਰੱਖੇ, ਪਾਣੀ ਰੱਖਿਆ, ਜੋ ਬਣਾਇਆ ਸੀ, ਤੇ ਅੱਗੇ ਰੱਖ ਕੇ ਜਦੋਂ ਅੰਦਰ ਜਾ ਰਹੇ ਸਨ, ਤੇ ਰੱਖ ਕੇ, ਅੰਦਰ ਹੈ ਤੇ ਕੋਈ ਨਹੀਂ ਸੀ, ਉੱਥੇ ਆਉਂਦਾ ਕੋਈ ਨਹੀਂ ਸੀ। ਕੁਦਰਤੀ ਇੱਕ ਆਦਮੀ ਪਿੱਛੋਂ ਆ ਗਿਆ, ਉਹਨੇ ਵੇਖ ਲਿਆ। ਉਹ ਕੀ ਵਹਿੰਦਾ ਵੀ ਪੂਜਾ ਕਰਾਉਣ ਤੋਂ ਪਹਿਲਾਂ ਨਾ, ਉਹ ਸਾਰੀਆਂ ਚੀਜ਼ਾਂ ਦੇ ਵਿੱਚੋਂ ਇੱਕ ਇੱਕ ਚਮਚ ਖਾ ਕੇ ਵਹਿੰਦਾ ਪਿਆ। ਪਹਿਲਾਂ ਉਹਨੇ ਸਬਜ਼ੀ ਖਾ ਕੇ ਵੇਖੀ, ਫਿਰ ਪ੍ਰਸ਼ਾਦਾ ਥੋੜਾ ਜਿਹਾ ਖਾ ਕੇ ਵੇਖਿਆ, ਫਿਰ ਹੋਰ ਜੋ ਕੁਝ ਸੀ ਉਹਦੇ ਵਿੱਚ ਥੋੜਾ ਥੋੜਾ ਖਾਧਾ, ਤੇ ਫਿਰ ਅੱਗੇ ਰੱਖ ਕੇ ਕਹਿੰਦਾ ਜੀ ਭਗਵਾਨ ਹੁਣ ਤੁਸੀਂ ਲਾਓ ਭੋਗ। ਉਹ ਪਤਾ ਲੱਗ ਗਿਆ ਸਾਰਿਆਂ, ਉਹਨਾਂ ਆ ਕੇ ਫੜ ਲਿਆ। ਉਹਨੇ ਕਿਹਾ ਇਹ ਇੰਨੀ ਵੱਡੀ ਬੇਅਦਬੀ, ਤੂੰ ਝੂਠਾ ਖਵਾ ਰਿਹਾ ਭਗਵਾਨ ਨੂੰ। ਕਹਿਣ ਲੱਗਾ ਝੂਠਾ ਇਹਦੇ ਵਿੱਚ ਕਿਹੜੀ ਗੱਲ ਹੈ, ਮੈਂ ਜਦੋਂ ਬੱਚਾ ਸਾਂ ਮੇਰੀ ਮਾਂ ਮੈਨੂੰ ਤਾਂ ਖਵਾਉਂਦੀ ਸੀ, ਪਹਿਲਾਂ ਆਪ ਥੋੜਾ ਜਿਹਾ ਖਾ ਲੈਂਦੀ ਸੀ ਵੀ ਕਿਤੇ ਮਿਰਚਾਂ ਨਾ ਜ਼ਿਆਦੀਆਂ ਹੋਣ, ਕਿਤੇ ਗਰਮ ਨਾ ਹੋਵੇ, ਤਾਂ ਖਵਾਉਂਦੀ ਸੀ ਮੈਨੂੰ। ਤੁਹਾਨੂੰ ਪਤਾ ਨਹੀਂ ਜੇ ਮਿਰਚ ਜ਼ਿਆਦਾ ਪੈ ਗਈ ਭਗਵਾਨ ਤੰਗ ਹੋਣਗੇ, ਮੈਂ ਤਾਂ ਪਹਿਲਾਂ ਖਾ ਕੇ ਬਹਿਨਾ। ਜੇ ਗਰਮ ਤੁਸੀਂ ਉਹਦੇ ਅੱਗੇ ਰੱਖ ਦਿੱਤਾ, ਫਿਰ ਵੀ ਭਗਵਾਨ ਨੂੰ ਗਰਮ ਲੱਗੇਗਾ। ਉਹਦੀ ਅਤ ਨਜ਼ਦੀਕਤਾ ਹੈ। ਅਸਲ ਵਿੱਚ ਭਾਵੇਂ ਉਹ ਮਰਿਆਦਾ ਨਹੀਂ, ਪਰ ਪੂਜਾ ਉਹ ਹੀ ਹੈ। ਉਹ ਬਹੁਤ ਨੇੜੇ ਚਲਾ ਗਿਆ, ਬਹੁਤ ਨਜ਼ਦੀਕਤਾ ਹੈ। ਇਸ ਕਰਕੇ ਭਾਵੇਂ ਇਹ ਚੀਜ਼ਾਂ ਸਟੇਜ ਤੇ ਸਾਨੂੰ ਥੋੜ੍ਹੀਆਂ ਜਿਹੀਆਂ ਨਹੀਂ, ਸਾਡੇ ਲੋਕਾਂ ਨੂੰ ਹੁਣ, ਕਿਉਂਕਿ ਅਸੀਂ ਪੜ੍ਹ ਬਹੁਤ ਗਏ ਹਾਂ, ਤੁਸੀਂ ਸੁਣਿਆ ਹੋਵੇਗਾ ਕਿ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਬਹੁਤ ਕਮਾਈ ਵਾਲੇ ਪੁਰਸ਼ ਹੋਏ ਨੇ। ਇੱਕ ਵਾਰੀ ਉੱਥੇ ਗੁਰਦੁਆਰਾ ਸਾਹਿਬ ਵਿੱਚ ਦੇਗ ਲਿਜਾ ਕੇ ਤੇ ਗਰਮ ਦੇਗ ਤੇ ਅਰਦਾਸ ਕਰ ਦਿੱਤੀ ਸੀ ਸਿੰਘਾਂ ਨੇ। ਦੇਗ ਗਰਮ ਸੀ ਤੇ ਪਰਤ ਕੇ ਜਦੋਂ ਬਾਬਾ ਹਰਨਾਮ ਸਿੰਘ ਇੱਕ ਦੋ ਦਿਨ ਕੁਝ ਖਾਂਦੇ ਨਹੀਂ ਸਨ ਨਾ ਸਵਾਦ ਨਾਲ, ਤੇ ਉਹਨਾਂ ਪੁੱਛਿਆ ਵੀ ਕੀ ਗੱਲ ਏ? ਕਹਿਣ ਲੱਗੇ ਗਰਮ ਦੇਗ, ਨਾਲੇ ਤੁਸੀਂ ਕਹਿੰਦੇ ਹੋ ਗੁਰੂ ਸਾਹਿਬ ਛਕਦੇ ਨੇ, ਨਾਲੇ ਗਰਮ ਦੇਗ ਤੁਸੀਂ ਗਰਮ ਖਾ ਲੋਗੇ। ਤੁਸੀਂ ਗਰਮ ਦੇਗ ਦੀ ਅਰਦਾਸ ਕੀਤੀ ਹੈ। ਇਸ ਕਰਕੇ ਇਹ ਪ੍ਰਚਲਿਤ ਹੋਇਆ ਦੇਗ ਦੇ ਸੰਬੰਧ ਵਿੱਚ ਕਿ ਦੇਗ ਜਦੋਂ ਵੀ ਅਰਦਾਸ ਹੋਵੇ ਉਸ ਵੇਲੇ ਸੜਦੀ ਬਲਦੀ ਨਹੀਂ ਹੋਣੀ ਚਾਹੀਦੀ। ਕਈ ਵਾਰੀ ਆਪਾਂ ਕਾਲ ਵਿੱਚ ਲੈ ਜਾਂਦੇ, ਇਹ ਨਜ਼ਦੀਕਤਾ ਦੀ ਨਿਸ਼ਾਨੀ, ਇਹਨੂੰ ਤਰਕ ਵਿੱਚ ਨਾ ਲੈਣਾ। ਜਿੰਨਾ ਪੂਜਾ ਕਰਨ ਵਾਲਾ ਅੰਦਰੋਂ ਗਹਿਰਾ ਨੇੜੇ ਹੋਵੇਗਾ, ਉਹਨਾਂ ਉਸ ਨੂੰ ਅੰਦਰੋਂ ਕਰੇਗਾ ਪਿਆਰ ਨਾਲ, ਤੇ ਪੂਜਾ ਦੇ ਮਾਮਲੇ ਵਿੱਚ ਗਿਆਨ ਬਹੁਤੀ ਰੁਕਾਵਟ ਹੈ, ਉਹ ਨੇੜੇ ਨਹੀਂ ਜਾਣ ਦਿੰਦਾ, ਉਹ ਤਰਕ ਪੈਦਾ ਕਰੇਗਾ, ਉਹ ਕਈ ਕੁਝ ਕਰੇਗਾ।
इस करके कई कोट होए पुजारी। गुरु अर्जन देव जी कहते पुजारी कई करोड़ां तरह के होए ने, ਉਹਦੀ पूजा करन वाले, ਉਹਦੇ ਨਾਲ प्यार करन वाले अनेका तरह के हैं। गुरु अर्जन देव सच्चे पातशाह कहते कई कोट आचार व्यवहारी। हुण ये वखरी वखरी तबीयत है। कई धार्मिक मनुख उच्चे आचार नाल बहुता संबंधित रहिंदे ने, यानी कि करैक्टर चरित्र नूं उच्चा रखना, ये भी कई करोड़ां ने। ते अपने विहार नूं उच्चा करना, पूजा भी करनी, पूजा अकाल दी, परचा शब्द दा, दीदार खालसे दा, ये तीन चीज़ां सतगुरां ने सानूं दित्तियां ने। और फिर कई करोड़ां हन जिन्हां दे करैक्टर उच्चे हन और जिन्हां दा विहार बड़ा शुद्ध है। साहब कहंदे कई कोट भय तीर्थ वासी। कई कोट, कोट शब्द दे मैं अर्थ कर दियां क्योंकि वार वार आउणा। कोट दे अर्थ ने करोड़ां, कई करोड़ां। इस कोट दे होर कोई अर्थ नहीं। कोट दे अर्थ गुरबाणी विच किला भी आउंदे, और इस कोट दे अर्थ ने कई करोड़ां। कई करोड़ां लोग तीर्थां ते निवास रखते हैं। कई कोट बन भरम है उदासी। कई करोड़ां ही उदासी लोग बना विच जंगलों दे विच रहिंदे हन, भरमदे रहिंदे भाव तुरदे हन। कई कोट वेद के स्रोते। कईयां नूं वेद सुनन दा बड़ा रस है, स्रोत रस बहुत वड्डा है, ये भी एक आनंद है। सुनना एक भगती है, सब तो वड्डी भगती है सुनना, क्योंकि सुनन विच बंदा विद्यार्थी बनता है। ख्याल रखना, सतगुरु ने साध संगत बनाई हुई तां आदमी विद्यार्थी बनने लई तैयार नहीं हुंदा, क्योंकि विद्यार्थी दे अर्थ ने हंकार रहत होना। विद्यार्थी दे अर्थ ने मैनू कुछ नहीं आउंदा, मैं सिੱਖਣ आया। ਤਾਂ ਜਦੋਂ ਇਸ ਤਰ੍ਹਾਂ ਅਸੀਂ ਸੁਣਦੇ ਹਾਂ ਤੇ ਉਹਦੇ ਵਿੱਚ ਅਸੀਂ ਵਿਦਿਆਰਥੀ ਹੋ ਜਾਂਦੇ ਹਾਂ। ਤੇ ਇਸ ਤਰ੍ਹਾਂ ਕਈ ਕੋਟ ਵੇਦਾਂ ਦੇ ਸਰੋਤੇ ਹਨ। ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਕਹਿੰਦੇ, ਕਹਿਣ ਲੱਗੇ ਕਈ ਕੋਟ ਤਪੀਸੁਰ ਹੋਤੇ। ਕਰੋੜਾਂ ਹੀ ਲੋਕ ਤਪ ਕਰਦੇ ਨੇ, ਤਪੀਸਰ ਹਨ। ਕਈ ਕੋਟ ਆਤਮ ਧਿਆਨ ਧਾਰ ਹੈ। ਕਰੋੜਾਂ ਹੀ ਐਸੇ ਭਗਤ ਹਨ ਜਿਹੜੇ ਆਤਮਾ ਦੇ ਰਾਹੀਂ ਉਸ ਵਾਹਿਗੁਰੂ ਦਾ ਧਿਆਨ ਕਰਦੇ ਹਨ। ਕਈ ਕੋਟ ਕਬ ਕਾਬ ਵਿਚਾਰੈ। ਕਈ ਇਸ ਤਰ੍ਹਾਂ ਦੀ ਤਬੀਅਤ ਵਾਲੇ ਲੋਕ ਪੈਦਾ ਕੀਤੇ ਗਏ ਜਿਹੜੇ ਕਿ ਕਵਿਤਾ ਦੇ ਰਾਹੀਂ, ਕਬ ਦੇ ਅਰਥ ਨੇ ਕਵੀ, ਕਾਵ ਦੇ ਅਰਥ ਨੇ ਕਵਿਤਾ, ਕਵਿਤਾ ਦੇ ਰਾਹੀਂ ਉਹ ਜਿਹੜੇ ਨੇ ਵਿਚਾਰ ਕਰਦੇ ਹਨ। ਕਈ ਕੋਟ ਨਵ ਤਨ ਨਾਮ ਧਿਆਵਹਿ। ਕਰੋੜਾਂ ਹੀ ਲੋਕ ਨਵ ਤਨ ਦੁਆਰਾ ਨਾਮ ਨੂੰ ਧਿਆਉਂਦੇ ਨੇ, ਜਾਂ ਪਰਮਾਤਮਾ ਦੇ ਨਵੇਂ ਨਵੇਂ ਨਾਮ ਉਚਾਰਦੇ ਨੇ। ਵੈਸੇ ਨਵ ਤਨ ਭਗਤ ਸਦਾ ਹੀ ਨਵ ਤਨ ਹੈ, ਪਰਮਾਤਮਾ ਨਵ ਤਨ ਹੈ, ਉਹਨੂੰ ਸੁਹਾਗ ਕਿਹਾ ਗਿਆ। ਨਵ ਤਨ ਦਾ ਅਰਥ ਹੈ ਨਵਾਂ ਤਨ, ਨਕੋਰ ਤਨ। ਤਾਂ ਇੱਥੇ ਨਵ ਤਨ ਦੇ ਅਰਥ ਨੇ ਬਿਲਕੁਲ ਨਵੀਂ ਉਮੰਗ ਦੇ ਨਾਲ ਨਵ ਤਨ ਨਾਮ ਧਿਆਵੈ। ਕਈ ਕਰੋੜਾਂ ਐਸੇ ਨੇ, ਜਿਵੇਂ ਕਬੀਰ ਸਾਹਿਬ ਕਹਿੰਦੇ, ਕਹੋ ਕਬੀਰ ਹੋ ਨੌ ਤਨ ਚੇਲਾ, ਤੂੰ ਸਤਿਗੁਰ ਹੋ ਨੌ ਤਨ ਚੇਲਾ। ਕਹਿ ਕਬੀਰ ਮਿਲ ਅੰਤ ਕੀ ਬੇਲਾ। ਨੌ ਤਨ ਦਾ ਮਤਲਬ ਹੈ ਕੁਆਰਾ। ਮੈਂ ਕੁਆਰਾ ਜਾਨੀ ਕਿ ਪੂਰੀ ਉਮੰਗ ਵਿੱਚ ਤੇਰਾ ਚੇਲਾ ਹਾਂ। ਭਾਵ ਸੁੱਤਾ ਨਹੀਂ, ਅੱਧਾ ਵਰਤਿਆ ਹੋਇਆ ਨਹੀਂ, ਬੇਹਾ ਨਹੀਂ ਮੇਰਾ ਪਿਆਰ, ਬਿਲਕੁਲ ਨਵਾਂ ਹੈ, 100% ਹੈ, ਭਰਿਆ ਹੋਇਆ ਪੂਰੀ ਤਰ੍ਹਾਂ। ਉਹਨੂੰ ਕਹਿੰਦੇ ਨਵ ਤਨ ਨਾਮ ਧਿਆਵੈ। ਪਰ ਇਹ ਸਾਰੇ ਦੇ ਸਾਰੇ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਨਾਨਕ ਕਰਤੇ ਕਾ ਅੰਤ ਨਾ ਪਾਵਹਿ। ਉਸ ਅਕਾਲ ਪੁਰਖ ਵਾਹਿਗੁਰੂ ਦਾ ਅੰਤ ਨਹੀਂ ਪਾ ਸਕਦੇ। ਹੁਣ ਅਗਲੇ ਪਦੇ ਵਿੱਚ ਅਗਲੀ ਸ਼੍ਰੇਣੀ ਦੀ ਆਰੰਭਤਾ ਕਰਦੇ ਨੇ। ਹਜ਼ੂਰ ਕਹਿੰਦੇ, ਕਈ ਕੋਟ ਭਏ ਅਭਿਮਾਨੀ। ਕਈ ਕੋਟ ਅੰਧ ਅਗਿਆਨੀ। ਕਰੋੜਾਂ ਹੀ ਐਸੇ ਬੰਦੇ ਹਨ ਜਿਹੜੇ ਅਭਿਮਾਨੀ ਹੋ ਜਾਂਦੇ ਹਨ, ਹੰਕਾਰੀ ਹੋ ਜਾਂਦੇ। ਤੇ ਹੰਕਾਰੀ ਨੂੰ ਅੰਧਾ ਨਹੀਂ ਕਰਨਾ ਪੈਂਦਾ, ਉਹ ਤੇ ਪਹਿਲੇ ਹੀ ਅੰਧਾ ਹੈ, ਅਗਿਆਨੀ ਹੋ ਗਿਆ। ਹੰਕਾਰ ਦੇ ਅਰਥ ਹੀ ਅੰਧਾ ਹੈ, ਅਗਿਆਨੀ ਹੈ। ਕਈ ਕੋਟ ਅਭਿਮਾਨ ਵਿੱਚ ਜਿਉਂਦੇ ਨੇ, ਹੰਕਾਰ ਵਿੱਚ ਜਿਉਂਦੇ ਨੇ, ਤੇ ਉਹ
ਮਾਨਸਿਕ ਤੌਰ ਤੇ ਅੰਧੇ ਹੋ ਜਾਂਦੇ ਨੇ, ਧਿਆਨ ਦੇ ਤੌਰ ਤੇ ਅਗਿਆਨੀ ਹੋ ਜਾਂਦੇ। ਹਜੂਰ ਕਹਿੰਦੇ ਕਈ ਕੋਟ ਕਿਰਪਨ ਕਠੋਰ। ਕਿਰਪਨ ਦੇ ਅਰਥ ਨੇ ਕੰਜੂਸ। ਕਰੋੜਾਂ ਹੀ ਐਸੇ ਲੋਕ ਹਨ ਇਸ ਸ੍ਰਿਸ਼ਟੀ ਦੇ ਵਿੱਚ ਜਿਹੜੇ ਅਤੀ ਕੰਜੂਸ ਹਨ, ਬਹੁਤ ਹੀ ਕਿਰਪਨ ਹਨ ਤੇ ਬੜੇ ਹੀ ਕਠੋਰ ਹਨ। ਕਿਉਂਕਿ ਕਿਰਪਨ ਬਣਨ ਵਾਸਤੇ ਜਿਹੜੀ ਚੀਜ਼ ਦੀ ਲੋੜ ਪੈਂਦੀ ਉਹ ਕਠੋਰਤਾ ਹੁੰਦੀ ਹੈ। ਆਦਮੀ ਸਖਤ ਚਾਹੀਦਾ, ਥੋੜਾ ਜਿਹਾ ਨਰਮ ਦਿਲ ਹੋਇਆ ਨਹੀਂ ਤੇ ਕਿਰਪਨ ਕਿਵੇਂ ਹੋਵੇਗਾ, ਕਠੋਰ ਕਿਵੇਂ ਹੋਵੇਗਾ। ਇਸ ਕਰਕੇ ਕਰੋੜਾਂ ਹੀ ਲੋਕ ਕਠੋਰ ਮਨ ਵਾਲੇ ਹਨ ਤੇ ਕੰਜੂਸ ਹਨ, ਭਾਵ ਜਿਨ੍ਹਾਂ ਦੇ ਮਨ ਵਿੱਚ ਕਦੀ ਦਇਆ ਨਹੀਂ ਆਉਂਦੀ। ਕਈ ਕੋਟ ਅਭਿਗ ਆਤਮ ਨਿਕੋਰ। ਕਰੋੜਾਂ ਹੀ ਲੋਕ ਐਸੇ ਹਨ ਜਿਨ੍ਹਾਂ ਦਾ ਮਨ ਅਭਿਗ ਹੈ। ਅਭਿਗ ਦਾ ਮਤਲਬ ਭਿੱਜਦਾ ਹੀ ਨਹੀਂ, ਕਦੀ ਨਰਮ ਹੁੰਦਾ ਹੀ ਨਹੀਂ। ਆਤਮ ਨਿਕੋਰ, ਜਿਨ੍ਹਾਂ ਦੀ ਆਤਮਾ, ਨਿਕੋਰ ਦਾ ਅਰਥ ਕੋਰੀ ਹੈ, ਬਿਲਕੁਲ ਸੁੱਕੇ ਪੁੱਕੇ ਹਨ, ਕਦੀ ਉਹਨਾਂ ਵਿੱਚ ਕਦੀ ਪ੍ਰੇਮ ਨਹੀਂ ਜਾਗਿਆ। ਐਸੇ ਕਰੋੜਾਂ ਹੀ ਲੋਕ ਇਸ ਕੁਦਰਤ ਵਿੱਚ, ਇਸ ਸ੍ਰਿਸ਼ਟੀ ਦੇ ਅੰਦਰ ਹਨ। ਹਜੂਰ ਕਹਿੰਦੇ ਕਈ ਕੋਟ ਪਰ ਦਰਬ ਕੋ ਹਿਰਹਿ। ਕਈ ਲੋਕ ਆਪਣੀ ਸਾਰੀ ਜ਼ਿੰਦਗੀ ਦੂਸਰਿਆਂ ਦਾ ਧਨ ਖੋਹਦੇ ਰਹਿੰਦੇ ਹਨ। ਪਰ ਦਰਬ, ਦਰਬ ਦਾ ਅਰਥ ਹੈ ਧਨ, ਦੂਸਰੇ ਦਾ ਧਨ ਹਿਰਹਿ, ਚੋਰੀ ਕਰਦੇ ਰਹਿੰਦੇ ਹਨ। ਕਈ ਕੋਟ ਪਰ ਦੁੱਖ ਨਾ ਕਰਹਿ। ਤੇ ਕਈ ਕਰੋੜਾਂ ਐਸੇ ਲੋਕ ਹਨ ਜਿਹੜੇ ਦੂਸਰਿਆਂ ਨੂੰ ਵੇਖ ਕੇ ਦੁੱਖ ਕਰਦੇ ਰਹਿੰਦੇ, ਦੂਸਰਿਆਂ ਨੂੰ ਦੇਖ ਕੇ ਅੰਦਰੋਂ ਜਲਦੇ ਰਹਿੰਦੇ, ਸੜਦੇ ਰਹਿੰਦੇ ਨੇ। ਇਹ ਸਭ ਤੋਂ ਵੱਡਾ ਔਗਣ ਸਾਧ ਸੰਗਤ। ਚੋਰੀ ਕਰਨਾ ਇੱਕ ਔਗਣ ਹੈ, ਪਰ ਦੂਸਰੇ ਦੇ ਕੋਲ ਕੁਝ ਹੋਵੇ। ਔਰ ਇਸ ਸਦੀ ਦਾ ਸਭ ਤੋਂ ਵੱਡਾ ਅਵਗੁਣ ਹੈ, ਇਹ ਹੈ ਸਭ ਤੋਂ ਵੱਡਾ ਅਵਗੁਣ। ਇਸ ਸਦੀ ਦਾ ਸਭ ਤੋਂ ਵੱਡਾ ਅਵਗੁਣ ਕਿਹੜਾ ਹੈ? ਆਪਣੇ ਕੋਲ ਕੁਝ ਹੈ ਕਿ ਨਹੀਂ ਹੈ, ਪਰ ਦੂਸਰੇ ਕੋਲ ਕੁਝ ਨਹੀਂ ਹੋਣਾ ਚਾਹੀਦਾ। ਇਹ ਅਵਗੁਣ ਹੀ ਬਾਣੀ ਨੂੰ ਅੰਦਰ ਨਹੀਂ ਟਿਕਣ ਦਿੰਦਾ, ਮਨ ਇਕਾਗਰ ਨਹੀਂ ਹੋਣ ਦਿੰਦਾ। ਤਾਂ ਇਸ ਤਰ੍ਹਾਂ ਦੇ ਕਈ ਕਰੋੜਾਂ ਲੋਕ ਪੈਦਾ ਕੀਤੇ। ਸਾਹਿਬ ਕਹਿੰਦੇ ਕਈ ਕੋਟ ਮਾਇਆ ਸ਼ਰਮ ਮਾਹੇ। ਕਈ ਲੋਕ ਇਸ ਤਰ੍ਹਾਂ ਦੇ ਹੋ ਜਾਂਦੇ ਹਨ ਕਿ ਦੂਸਰਿਆਂ ਦੀ ਈਰਖਾ ਕਰਦੇ ਹਨ। ਕਈ ਕਰੋੜਾਂ ਲੋਕ ਮਾਇਆ ਵਾਸਤੇ ਮਿਹਨਤ ਕਰਦੇ ਰਹਿੰਦੇ ਨੇ। ਸ਼ਰਮ ਦਾ ਅਰਥ ਹੈ ਮਿਹਨਤ ਕਰਨੀ। ਔਰ ਇਸ ਮਾਇਆ ਨੂੰ ਪ੍ਰਾਪਤ ਕਰਨ ਲਈ ਕਹਿੰਦੇ ਕਈ ਕੋਟ ਪਰਦੇਸ਼ ਪਰਮਾਹੇ। ਪਰਦੇਸ਼ਾਂ ਵਿੱਚ ਭਰਮਦੇ ਰਹਿੰਦੇ ਨੇ, ਵਿਦੇਸ਼ਾਂ ਵਿੱਚ ਭਰਮਦੇ ਰਹਿੰਦੇ ਹਨ। ਸਤਿਗੁਰੂ ਸੱਚੇ ਪਾਤਸ਼ਾਹ ਇਸ ਰਚਨਾ ਨੂੰ ਵੇਖ ਕੇ, ਜਿਹੜੀ ਕਈ ਪ੍ਰਕਾਰ ਦੀ, ਕੋਈ ਦੂਸਰੇ ਦਾ ਧਨ ਚੋਰੀ ਕਰਨ ਵਾਲਾ, ਕੋਈ ਦੂਸਰੇ ਨਾਲ ਈਰਖਾ ਕਰਨ ਵਾਲਾ। ਵੈਸੇ ਇਹ ਜਿਹੜੇ ਦੋ ਅਵਗੁਣ ਨੇ ਨਾ, ਜਿਹੜੇ ਪੰਜ ਵਿਕਾਰ ਨੇ, ਪੰਜਾਂ ਵਿੱਚੋਂ ਜਿਹੜੇ ਚਾਰ ਨੇ ਨਾ, ਕਾਮ, ਕ੍ਰੋਧ, ਲੋਭ ਤੇ ਮੋਹ, ਇਹ ਕੁਦਰਤ ਨੇ ਬਣਾਏ ਨੇ। ਇਹ ਥੋੜੇ ਥੋੜੇ ਬੰਦੇ ਵਿੱਚ ਚਾਹੀਦੇ ਨੇ ਤਾਂ ਚੱਲਦਾ। ਕ੍ਰੋਧ ਵੀ 24 ਘੰਟਿਆਂ ਬਾਅਦ ਇੱਕ ਵਾਰੀ ਬੰਦੇ ਨੂੰ ਆਉਣਾ ਚਾਹੀਦਾ। ਉਹਦੇ ਸਰੀਰ ਦੀਆਂ, ਦਿਮਾਗ ਦੀਆਂ ਸਾਰੀਆਂ ਨਾੜੀਆਂ ਸਾਫ਼ ਹੋ ਜਾਂਦੀਆਂ ਨੇ, ਥੋੜਾ ਜਿਹਾ ਉਛਾਲਾ ਹੋ। ਲੋਭ ਥੋੜਾ ਜਿਹਾ ਚਾਹੀਦਾ ਤਾਂ ਕਿ ਕੁਝ ਨਾ ਕੁਝ ਤਾਂ ਹੀ ਕਰੇਗਾ ਕੰਮ। ਮੋਹ ਤੋਂ ਬਿਨਾਂ ਸੰਸਾਰ ਪਰਿਵਾਰ ਨਹੀਂ ਚੱਲਦਾ। ਔਰ ਵਾਸ਼ਨਾ ਸੰਸਾਰ ਦੀ ਉਤਪਤੀ ਵਾਸਤੇ ਜ਼ਰੂਰੀ। ਇਹ ਸਾਰੀਆਂ ਕੁਝ ਪਰਸੈਂਟੇਜ ਪਰਮਾਤਮਾ ਨੇ ਬਣਾਈਆਂ ਨੇ। ਜਦੋਂ ਹੱਦ ਤੋਂ ਵੱਧ ਜਾਣ ਤਾਂ ਉਦੋਂ ਨਕਾਰਾਤਮਕ ਨੇ, ਨੈਗੇਟਿਵ ਹੋ ਜਾਂਦੀਆਂ ਸ਼ਕਤੀਆਂ। ਪਰ ਜਿਹੜਾ ਹੰਕਾਰ ਹੈ ਨਾ ਸਾਧ ਸੰਗਤ, ਜਿਹੜੀ ਈਰਖਾ ਹੈ ਤੇ ਦਵੈਸ਼ ਹੈ, ਇਹਦੀ ਕੋਈ ਜ਼ਰੂਰਤ ਹੀ ਨਹੀਂ ਦੁਨੀਆ ਦੇ ਵਿੱਚ। ਇਹ ਨੇਚਰਲੀ ਵਿਕਾਰ ਨਹੀਂ ਹੈ, ਕੁਦਰਤ ਨੇ ਨਹੀਂ ਇਹਨੂੰ ਪੈਦਾ ਕੀਤਾ, ਇਹ ਅਸੀਂ ਖੁਦ ਬਣਾਇਆ ਹੈ। ਇਹ ਨਾਮ ਹੀ ਹੋਵੇ ਤਾਂ ਵੀ ਸੰਸਾਰ ਚੱਲਦਾ ਹੈ। ਬਾਕੀ ਦੇ ਚਾਰੇ ਜਿਹੜੇ ਘਟ ਜਾਣ ਤੇ ਕਿਤੇ ਨਾ ਕਿਤੇ ਗੜਬੜ ਹੋ ਜਾਂਦੀ ਲਾਈਫ ਵਿੱਚ। ਪਰ ਹੰਕਾਰ ਦੀ ਕੋਈ ਜ਼ਰੂਰਤ ਨਹੀਂ, ਦਵੈਸ਼ ਦੀ। ਇਸ ਕਰਕੇ ਜਿਹੜਾ ਦੂਸਰਾ ਨਾਲ ਕਈ ਕੋਟ ਪਰ ਦੁੱਖ ਨਾ ਕਰੇ, ਪਰਮਾਤਮਾ ਨੇ ਨਹੀਂ ਬਣਾਈ ਦੁੱਖਣਾ ਜੀ। ਦੂਸਰੇ ਦਾ ਦੁੱਖ ਕਰਨਾ ਉਹਨੇ ਨਹੀਂ ਦਿੱਤਾ, ਇਹ ਮਨੁੱਖ ਨੇ ਆਪ ਬਣਾਇਆ। ਇਸ ਤਰ੍ਹਾਂ ਦੀ ਰਚਨਾ ਨੂੰ ਵੇਖ ਕੇ, ਕਿਉਂਕਿ ਜਿਵੇਂ ਬਹੁਤੀ ਰਚਨਾ ਦੀ ਅਸੀਂ ਵਿਚਾਰ ਕਰਾਂਗੇ ਤੇ ਦਿਮਾਗ ਬੋਝੀ ਹੋ ਜਾਏਗਾ ਸਿਰ। ਇਹ ਵੀ ਇੱਕ ਖਿਆਲ ਰੱਖਣਾ। ਸਾਰੀ ਰਚਨਾ ਨੂੰ ਵੇਖ ਕੇ ਫਿਰ ਸਤਿਗੁਰੂ ਗੁਰੂ ਅਰਜਨ ਦੇਵ ਜੀ ਇੱਕ ਵਿਚਾਰ ਦਿੰਦੇ ਨੇ, ਕਹਿਣ ਲੱਗੇ ਜਿਤ ਜਿਤ ਲਾਵੋ ਤਿਤ ਤਿਤ ਲੱਗਣਾ। ਜਿੱਧਰ ਜਿੱਧਰ ਤੁਸੀਂ ਲਾਉਂਦੇ ਹੋ ਉਧਰ ਹੀ ਕੋਈ ਲੱਗਦਾ ਹੈ।
ਹਜ਼ੂਰ ਕਹਿੰਦੇ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ। ਇਸ ਰਚਨਾ ਨੂੰ ਕਰਤਾ ਅਕਾਲ ਪੁਰਖ ਹੀ ਜਾਣਦਾ। ਹਜ਼ੂਰ ਕਹਿੰਦੇ ਕਈ ਕੋਟ ਸਿੱਧ ਜਤੀ ਜੋਗੀ। ਕਰੋੜਾਂ ਹੀ ਸਿੱਧ ਹਨ ਜਿਹੜੇ ਸਿੱਧੀਆਂ ਪ੍ਰਾਪਤ ਕਰਨ ਲਈ ਸਮਾਧੀਆਂ ਲਾਉਂਦੇ ਨੇ। ਕਰੋੜਾਂ ਹੀ ਜਤੀ ਹਨ ਔਰ ਕਰੋੜਾਂ ਹੀ ਯੋਗੀ ਹਨ ਜੋ ਜੋਗ ਕਮਾਉਂਦੇ ਨੇ। ਕਈ ਕੋਟ ਰਾਜੇ ਰਸ ਭੋਗੀ। ਕਰੋੜਾਂ ਬ੍ਰਹਿਮੰਡ ਦੇ ਵਿੱਚ ਧਰਤੀਆਂ ਤੇ ਕਰੋੜਾਂ ਪ੍ਰਕਾਰ ਦੇ ਰਾਜੇ ਹਨ ਜਿਹੜੇ ਰਸਿਕ ਔਰ ਭੋਗੀ ਹਨ। ਕਈ ਕੋਟ ਪੰਖੀ ਸਰਪ ਉਪਾਏ। ਕਰੋੜਾਂ ਤਰ੍ਹਾਂ ਦੇ ਪੰਛੀ ਸੱਪ ਆਦਿਕ ਪੈਦਾ ਕੀਤੇ ਗਏ ਹਨ। ਕਈ ਕੋਟ ਪਾਥਰ ਬਿਰਖ ਨਿਪਜਾਏ। ਕਰੋੜਾਂ ਪ੍ਰਕਾਰ ਦੇ ਰੁੱਖ ਪੱਥਰ ਇਹ ਵੀ ਨਿਪਜਾਏ ਪੈਦਾ ਕੀਤੇ ਗਏ। ਕਈ ਕੋਟ ਪਵਨ ਪਾਣੀ ਬੈਸੰਤਰ। ਪਵਨ ਦੇ ਅਰਥ ਨੇ ਹਵਾ, ਪਾਣੀ ਦੇ ਅਰਥ ਨੇ ਪਾਣੀ, ਬੈਸੰਤਰ ਦੇ ਅਰਥ ਨੇ ਅੱਗ। ਅੱਗ, ਪਾਣੀ ਤੇ ਹਵਾ ਵੀ ਕਈ ਪ੍ਰਕਾਰ ਦੀ ਹੈ, ਕਰੋੜਾਂ ਪ੍ਰਕਾਰ ਦੀ। ਇਹ ਅੱਗ ਨਹੀਂ ਜਿਹੜੀ ਆਪਣੀ ਚੁੱਲ੍ਹ ਵਿੱਚ ਬਲਦੀ, ਇਹਦੇ ਤੋਂ ਬਿਨਾਂ ਵੀ ਹੈ ਜਿਹੜੀ ਦਿਸੇ ਨਾ। ਵੱਖਰੇ ਵੱਖਰੇ ਤੱਤਾਂ ਦੇ ਲੋਕ ਨੇ, ਵੱਖਰੀਆਂ ਵੱਖਰੀਆਂ ਧਰਤੀਆਂ ਨੇ, ਉਹਨਾਂ ਦੇ ਖਾਣੇ ਪੀਣੇ ਅਲੱਗ-ਅਲੱਗ ਨੇ, ਉਹਨਾਂ ਦਾ ਰਹਿਣ ਸਹਿਣ ਵੱਖਰਾ ਹੈ। ਇਹ ਵੀ ਕਰੋੜਾਂ ਦੀ ਗਿਣਤੀ ਵਿੱਚ। ਸਾਹਿਬ ਕਹਿੰਦੇ ਕਈ ਕੋਟ ਦੇਸ਼ ਭੂ ਮੰਡਲ। ਕਰੋੜਾਂ ਦੀ ਗਿਣਤੀ ਵਿੱਚ ਭੂਮੀਆਂ ਹਨ ਤੇ ਉਹਨਾਂ ਭੂਮੀਆਂ ਦੇ ਮੰਡਲ ਨੇ ਵੱਖਰੇ ਵੱਖਰੇ, ਉਹਨਾਂ ਦੇ ਸੂਰਜ ਵੱਖਰੇ, ਉਹਨਾਂ ਦੇ ਚੰਦਰਮਾ ਵੱਖਰੇ, ਤਾਰੇ ਨੇ। ਆਪਾਂ ਤੇ ਥੋੜ੍ਹਾ ਜਿਹਾ 100-150 ਗਜ ਦੇ ਥਾਂ ਦੇ ਉੱਤੇ ਵੈਸੇ ਹੀ ਹੰਕਾਰ ਵਿੱਚ ਫੁੱਲ ਕੇ ਬੈਠੇ ਹਾਂ। ਕੁਦਰਤ ਦੀ ਕਾਇਨਾਤ ਵਿੱਚ ਇਹਦਾ ਕੋਈ ਪਾਇਆ ਨਹੀਂ। ਇਹ ਉੱਥੇ ਦਿਸਦਾ ਵੀ ਨਹੀਂ ਵੀ ਆਪਾਂ ਕਿਤੇ ਹੈ ਵੀ ਹਾਂ ਕਿ ਨਹੀਂ। ਏਡੀ ਵੱਡੀ ਤੇ ਬੇਅੰਤ ਹੈ। ਇਸ ਸਤਿਗੁਰੂ ਕਹਿ ਰਹੇ ਨੇ ਕਰੋੜਾਂ ਹੀ ਭੂਮੀਆਂ, ਕਰੋੜਾਂ ਹੀ ਇਹਦੇ ਮੰਡਲ। ਫਿਰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਕਈ ਕੋਟ ਸਸੀਅਰ ਸੂਰ ਨਖਯੱਤਰ। ਕਰੋੜਾਂ ਦੀ ਗਿਣਤੀ ਵਿੱਚ ਸੂਰਜ, ਚੰਦਰਮਾ ਤੇ ਤਾਰੇ। ਨਖਯੱਤਰ ਦਾ ਅਰਥ ਹੈ ਤਾਰੇ। ਸਸੀਅਰ ਚੰਦਰਮਾ, ਸੂਰ ਸੂਰਜ। ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ। ਕਰੋੜਾਂ ਹੀ ਦੇਵ, ਕਰੋੜਾਂ ਹੀ ਦਾਨਵ, ਕਰੋੜਾਂ ਇੰਦਰ ਨੇ ਉਹਦੇ ਘਰ ਵਿੱਚ। ਕੋਈ ਉੱਥੇ ਥਾਂ ਨਹੀਂ, ਕੋਈ ਅੰਤ ਨਹੀਂ ਪੈਂਦਾ, ਜਿਨ੍ਹਾਂ ਦੇ ਸਿਰ ਤੇ ਛਤਰ ਫਿਰਦੇ ਨੇ। ਸਾਹਿਬ ਕਹਿੰਦੇ ਸਗਲ ਸਮਗਰੀ ਆਪਣੇ ਸੂਤ ਧਾਰੈ। ਬਸ ਇਹ ਬਹੁਤ ਅਨੋਖੀ ਗੱਲ ਹੈ ਕਿ ਇੰਨਾ ਵੱਡਾ ਪਸਾਰਾ ਕਰਕੇ ਉਹਨਾਂ ਸਾਰਿਆਂ ਦੇ ਵਿਚਲਾ ਜਿਹੜਾ ਧਾਗਾ ਹੈ ਨਾ, ਸੂਤਰ, ਉਹਨੇ ਆਪਣੇ ਹੱਥ ਵਿੱਚ ਫੜਿਆ ਹੋਇਆ। ਕੋਈ ਕਿੰਨਾ ਵੀ ਬਲਵਾਨ ਹੋ ਜਾਏ, ਕਿੰਨਾ ਵੀ ਵੱਡਾ ਹੋ ਜਾਏ, ਬਸ ਸਾਧ ਸੰਗਤ ਉਹਨੇ ਥੋੜ੍ਹਾ ਜਿਹਾ ਧਾਗਾ ਖਿੱਚਣਾ ਤੇ ਸਭ ਉੱਥੇ ਕੋਈ ਚੀਜ਼ ਲੱਭਦੀ ਨਹੀਂ ਵੀ ਇੱਥੇ ਕੋਈ ਰਹਿੰਦਾ ਵੀ ਐਸੀ। ਇੰਨਾ ਬਲਵਾਨ, ਇੰਨਾ ਤਾਕਤਵਰ, ਥੋੜ੍ਹਾ ਜਿਹਾ ਧਾਗਾ ਖਿੱਚਦਾ, ਬਸ 2-4 ਪਲਾਂ ਦੇ ਵਿੱਚ ਉਹਦਾ ਇਤਿਹਾਸ ਹੀ ਬਦਲ ਜਾਂਦਾ ਵੀ ਇੱਥੇ ਕੁਝ ਹੁੰਦਾ ਵੀ ਸੀ ਕਿ ਨਹੀਂ। ਸਗਲ ਸਮਗਰੀ ਆਪਣੇ ਸੂਤ ਧਾਰੈ। ਆਪਣੇ ਸੂਤਰ ਵਿੱਚ, ਆਪਣੇ ਧਾਗੇ ਵਿੱਚ ਪਰੋ ਕੇ ਰੱਖੀ ਹੈ, ਫੜੀ ਹੋਈ ਹੈ। ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ। ਇਹ ਉਹਦੀ ਮਰਜ਼ੀ ਹੈ, ਉਹ ਕਿਰਪਾ ਕਰਦਾ ਜਿਨ੍ਹਾਂ ਲੋਕਾਂ ਤੇ ਉਹਨਾਂ ਨੂੰ ਨਿਸਤਾਰੈ, ਉੱਚੀ ਪਦਵੀ ਬਖਸ਼ ਦਿੰਦਾ, ਨਾਮ ਨਾਲ ਜੋੜ ਦਿੰਦਾ ਹੈ। ਕਈ ਕੋਟ ਰਾਜਸ ਤਾਮਸ ਸਾਤਕ। 3 ਪ੍ਰਕਾਰ ਦੀਆਂ ਬਿਰਤੀਆਂ ਨੇ। ਕਰੋੜਾਂ ਹੀ ਰਾਜਸੀ ਸੁਭਾਅ ਦੇ ਨੇ, ਦੂਜੇ ਨੂੰ ਆਪਣੇ ਅਧੀਨ ਰੱਖਣ ਦੀ ਬਿਰਤੀ ਵਾਲੇ। ਕਰੋੜਾਂ ਹੀ ਤਾਮਸੀ ਸੁਭਾਅ ਵਾਲੇ ਨੇ, ਸਰੀਰ ਦੇ ਰਸਾਂ ਵਿੱਚ ਫਸੇ ਹੋਏ ਲੋਕ। ਕਰੋੜਾਂ ਹੀ ਲੋਕ ਜਿਹੜੇ ਨੇ ਸਾਤਕੀ ਭਾਵ ਧਾਰਮਿਕ ਕਰਮਾਂ ਵਿੱਚ ਵਿਸ਼ਵਾਸ ਰੱਖਣ ਵਾਲੇ ਨੇ। ਹਜ਼ੂਰ ਕਹਿੰਦੇ ਕਈ ਕੋਟ ਵੇਦ ਪੁਰਾਨ ਸਿਮਰਤ ਅਰ ਸਾਸਤ। ਹੁਣ ਇੱਥੇ ਧਿਆਨ ਦੇਣਾ, ਕਰੋੜਾਂ ਹੀ ਵੇਦ, ਕਰੋੜਾਂ ਹੀ ਪੁਰਾਣ, ਕਰੋੜਾਂ ਸਿਮਰਤੀਆਂ। 27 ਨਹੀਂ, 27 ਤੇ ਇੱਥੋਂ ਵਾਲੀਆਂ ਨੇ। 27 ਸਿਮਰਤੀਆਂ ਇੱਥੇ ਕਹਿੰਦੇ। ਇੱਥੋਂ ਵਾਲੀਆਂ ਗਿਣਤੀਆਂ ਵਿੱਚ ਅਸੀਂ ਹੰਕਾਰੀ ਹੋਏ ਫਿਰਨੇ ਹਾਂ। ਜੇ ਥੋੜ੍ਹਾ ਜਿਹਾ ਅੱਗੇ ਪਿੱਛੇ ਕਹਿ ਦਿਓ ਤੇ ਸਾਧ ਸੰਗਤ ਅਸੀਂ ਇਹਨਾਂ ਗਿਣਤੀਆਂ ਵਿੱਚ ਫਸੇ ਰਹਿੰਦੇ ਹਾਂ। ਜੇ ਅਸੀਂ ਅਸ਼ਟਪਦੀ ਧਿਆਨ ਨਾਲ ਪੜ੍ਹ ਲਈਏ ਤੇ ਫਿਰ ਗਿਣਤੀਆਂ ਮਿੰਤੀਆਂ ਵਿੱਚ ਨਾ ਪਈਏ ਵੀ ਕਿਹੜਾ ਕੰਮ ਕਦੋਂ ਹੋਇਆ ਸੀ, ਕਿਹੜੇ ਦਿਨ, ਉਲਝਣਾ ਵਿੱਚ ਨਹੀਂ ਪਾਵਾਂਗੇ, ਕਿਉਂਕਿ ਇਹ ਬੇਅੰਤ ਪਸਾਰਾ ਹੈ। ਸ਼ਾਸਤਰ ਵੀ ਕਰੋੜਾਂ ਨੇ। ਸਾਹਿਬ ਕਹਿੰਦੇ ਕਈ ਕੋਟ ਕੀਏ ਰਤਨ ਸਮੁੰਦ।
ਕਰੋੜਾਂ ਹੀ ਉਸਨੇ ਸਮੁੰਦਰ ਦੇ ਵਿੱਚ ਰਤਨ ਪੈਦਾ ਕੀਤੇ ਹਨ। ਕਈ ਕੋਟ ਨਾਨਾ ਪ੍ਰਕਾਰ ਜੰਤ, ਨਾਨਾ ਦੇ ਅਰਥ ਨੇ ਅਨੇਕ, ਕਰੋੜਾਂ ਦੀ ਗਿਣਤੀ ਵਿੱਚ ਅਨੇਕ ਤਰ੍ਹਾਂ ਦੇ ਜੰਤ ਹਨ, ਜੀਵ ਹਨ। ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ। ਕਰੋੜਾਂ ਦੀ ਗਿਣਤੀ ਦੇ ਵਿੱਚ ਕਈ ਜੀਵਾਂ ਦੀ ਉਮਰ ਬਹੁਤ ਲੰਬੀ ਹੁੰਦੀ ਹੈ, ਇਹ ਉਹਦੀ ਲੀਲਾ ਹੈ। ਔਰ ਕਈ ਕਰੋੜਾਂ ਹੀ ਉਹਨੇ, ਗਿਰੀ ਦਾ ਅਰਥ ਹੈ ਪਹਾੜ, ਮੇਰ ਵੱਡੇ ਵੱਡੇ, ਸਵਰਨ ਥੀਵੇ, ਕਈ ਥਾਵਾਂ ਤੇ ਉਸਨੇ ਸੋਨੇ ਦੇ ਪਹਾੜ ਬਣਾ ਦਿੱਤੇ ਹਨ। ਸੋਨੇ ਦੇ ਪਹਾੜ, ਐਸੀਆਂ ਪੁਰੀਆਂ, ਐਸੇ ਜੀਵ, ਐਸੇ ਲੋਕ ਵੀ ਹਨ ਜਿਹੜੇ ਉਹਨੇ ਪੈਦਾ ਕੀਤੇ ਹਨ। ਫਿਰ ਸਾਹਿਬ ਕਹਿੰਦੇ ਕਈ ਕੋਟ ਜਖ ਕਿੰਨਰ ਪਿਸਾਚ, ਕਰੋੜਾਂ ਦੀ ਗਿਣਤੀ ਵਿੱਚ ਯਕਸ਼ ਹਨ, ਦੇਵਤਿਆਂ ਦੀ ਇੱਕ ਪ੍ਰਕਾਰ ਹੈ ਯਕਸ਼ ਜਿਨ੍ਹਾਂ ਨੂੰ ਕਹਿੰਦੇ। ਕਿੰਨਰ ਦੇਵਤਿਆਂ ਦੇ ਰਾਗੀ ਹਨ, ਪਿਸਾਚ ਭੈੜੀ ਬਿਰਤੀ ਵਾਲੇ ਲੋਕ ਵੀ ਹਨ। ਫਿਰ ਕਹਿੰਦੇ ਕਈ ਕੋਟ ਭੂਤ ਪ੍ਰੇਤ ਸ਼ੂਕਰ ਮਿਰਗਾਚ, ਕਰੋੜਾਂ ਦੀ ਗਿਣਤੀ ਵਿੱਚ ਭੂਤ ਆਦਿਕ, ਪ੍ਰੇਤ, ਇਹ ਸਾਰੀਆਂ ਜੋਨੀਆਂ ਹਨ ਜਿਹੜੀਆਂ ਅਕਾਲ ਪੁਰਖ ਨੇ ਮਨੁੱਖ ਦੀਆਂ ਨੀਵੀਆਂ ਬਿਰਤੀਆਂ ਨੂੰ ਇਸਤੇਮਾਲ ਕਰਨ ਵਾਸਤੇ ਬਣਾਈਆਂ ਨੇ, ਉਹਨਾਂ ਨੂੰ ਥਾਂ ਦੇਣ ਵਾਸਤੇ। ਇਹ ਸਾਰੀਆਂ ਕਰੋੜਾਂ ਦੀ ਗਿਣਤੀ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਸ਼ੂਕਰ, ਸੂਰ ਆਦਿਕ, ਮਿਰਗਾਚ, ਮਿਰਗਾਚ ਦੇ ਅਰਥ ਕੀਤੇ ਨੇ ਸ਼ੇਰ, ਮ੍ਰਿਗ ਆਚ, ਆਚ ਦੇ ਅਰਥ ਨੇ ਖਾਣਾ, ਮ੍ਰਿਗ ਦਾ ਅਰਥ ਹੈ ਮ੍ਰਿਗ ਨੂੰ ਖਾਣ ਵਾਲੇ ਯਾਨੀ ਕਿ ਸ਼ੇਰ। ਉਹ ਵੀ ਉਸ ਅਕਾਲ ਪੁਰਖ ਵਾਹਿਗੁਰੂ ਨੇ ਇਸ ਰਚਨਾ ਵਿੱਚ ਬਣਾਏ ਹਨ। ਸਭ ਤੇ ਨੇੜੇ ਸਭਹੂ ਤੇ ਦੂਰ, ਉਹਦੇ ਵਿੱਚ ਇੱਕ ਕਲਾ ਹੈ, ਉਹ ਸਾਰਿਆਂ ਦੇ ਬਿਲਕੁਲ ਨੇੜੇ ਵੀ ਹੈ ਪਰ ਸਭਹੂ ਤੇ ਦੂਰ, ਪਰ ਸਾਰਿਆਂ ਨੂੰ ਐਸੇ ਵਲੇਟੇ ਵਿੱਚ ਪਾਇਆ ਹੈ ਵੀ ਕਿਸੇ ਨੂੰ ਪਤਾ ਹੀ ਨਹੀਂ ਲੱਗਦਾ ਸਾਨੂੰ ਬਣਾਇਆ ਕਿਹਨੇ ਹੈ, ਚਲਾ ਕੌਣ ਰਿਹਾ। ਸਭਹੂ ਤੇ ਦੂਰ, ਕਿਸੇ ਨੂੰ ਸਮਝ ਨਹੀਂ ਆਉਂਦੀ, ਉਹਦੀ ਪਤਾ ਨਹੀਂ ਲੱਗਦਾ। ਐਸੀ ਖੇਡ ਬਣਾ ਦਿੱਤੀ ਕਿ ਉਹ ਸਾਰਿਆਂ ਤੋਂ ਦੂਰ ਵੀ ਤੇ ਸਾਰਿਆਂ ਤੋਂ ਨੇੜੇ, ਦੂਰੀ ਤੇ ਰਹਿੰਦਾ ਹੈ। ਕਿਵੇਂ ਨਿਵਾਸ ਕਰਦਾ ਹੈ? ਸਾਹਿਬ ਕਹਿੰਦੇ ਨਾਨਕ ਆਪ ਅਲਿਪਤ ਰਹਿਆ ਭਰਪੂਰ, ਉਹ ਅਲਿਪਤ ਹੈ। ਕਿਸੇ ਸੱਜਣ ਨੇ ਸਵਾਲ ਕੀਤਾ ਸੀ ਵੀ ਜੇ ਇੱਕ ਸ਼ਰਾਬੀ ਦੇ ਵਿੱਚ ਪਰਮਾਤਮਾ ਹੈ ਤੇ ਸ਼ਰਾਬ ਪੀਣ ਦਾ ਪਾਪ ਉਹਨੂੰ ਕਿਉਂ ਨਹੀਂ ਲੱਗਦਾ? ਇੱਕ ਝੂਠੇ ਆਦਮੀ ਦੇ ਵਿੱਚ ਉਹ ਆਪ ਹੈ ਤੇ ਉਹਨੂੰ ਝੂਠ ਦਾ ਪਾਪ ਕਿਉਂ ਨਹੀਂ ਲੱਗਦਾ? ਉਹਦਾ ਜਵਾਬ ਇੱਥੇ ਗੁਰੂ ਅਰਜਨ ਦੇਵ ਜੀ ਨੇ ਦਿੱਤਾ ਹੈ। ਉਹ ਵਿੱਚ ਸਾਰਿਆਂ ਦੇ ਹੈ, ਅਪਰਾਧੀ ਦੇ ਵਿੱਚ ਵੀ ਹੈ, ਪਰ ਉਹਨੂੰ ਪਾਪ ਤਾਂ ਨਹੀਂ ਲੱਗਦਾ ਕਿਉਂਕਿ ਉਹ ਅਲਿਪਤ ਹੈ। ਅਲਿਪਤ ਦਾ ਅਰਥ ਹੁੰਦਾ ਹੈ ਕਿ ਸ਼ਕਤੀ ਦੇ ਦੇਣੀ ਤੇ ਅਧਿਕਾਰ ਦੇ ਦੇਣੇ, ਤਾਕਤ ਦੇ ਦੇਣੀ। ਜਿਵੇਂ ਇੱਕ ਸਰਕਾਰ ਵੱਲੋਂ ਕਿਸੇ ਵਿਅਕਤੀ ਨੂੰ ਸਹੂਲਤ ਵਾਸਤੇ, ਉਹਦੇ ਘਰ ਦੀ ਰਸਤ ਵਾਸਤੇ ਗੁੜ ਦਿੱਤਾ ਜਾਏ। ਗੁੜ ਕਾਹਦੇ ਵਾਸਤੇ ਦਿੱਤਾ ਸੀ? ਵੀ ਇਹਨੂੰ ਘਰ ਰੱਖ, ਇਹਦੀ ਵਰਤੋਂ ਕਰਿਆ ਕਰ, ਇਹ ਗੁਣਕਾਰੀ ਹੈ ਤੇਰੇ ਸਰੀਰ ਵਾਸਤੇ। ਜਦੋਂ ਖਾਏਗਾ ਤੇ ਤੇਰੀ ਜਠਰ ਅਗਨੀ ਨੂੰ, ਪੇਟ ਦੀ ਅਗਨ ਨੂੰ ਵਧਾਉਂਦਾ ਹੈ। ਦੇਣ ਵਾਲੇ ਨੇ ਦੇ ਦਿੱਤਾ ਪਰ ਉਹਨੇ ਲਿਜਾ ਕੇ ਖਾਧਾ ਨਹੀਂ, ਉਹਨੂੰ ਪਾ ਦਿੱਤਾ, ਸ਼ਰਾਬ ਬਣਾਈ ਉਹਦੀ ਗੁੜ ਦੀ। ਸ਼ਰਾਬ ਪੀ ਕੇ ਉਹਨੇ ਆਪਣੇ ਜੀਵਨ ਦਾ ਵਿਨਾਸ਼ ਕਰ ਲਿਆ। ਤਾਂ ਇਸ ਤਰ੍ਹਾਂ ਪਰਮਾਤਮਾ ਵੱਲੋਂ ਬੰਦੇ ਨੂੰ ਸ਼ਕਤੀ ਦਿੱਤੀ ਗਈ, ਜੀਵਨ ਦਿੱਤਾ ਗਿਆ। ਉਹ ਜਿਹੜੇ ਕਰਮ ਕਰਦਾ ਉਹਦਾ ਹਿਸਾਬ ਉਹਨੂੰ ਖੁਦ ਮਨੁੱਖ ਨੂੰ ਭੁਗਤਣਾ ਪੈਂਦਾ, ਪਰਮਾਤਮਾ ਦਾ ਉਹਦੇ ਨਾਲ ਸੰਬੰਧ ਨਹੀਂ ਹੈ। ਕਰਮ ਉਹਦੇ ਮਨੁੱਖ ਦੇ ਆਪਣੇ ਨੇ, ਪਰ ਅਕਾਲ ਪੁਰਖ ਦੀ ਇੱਕ ਰਵਾਇਤ ਹੈ ਵੀ ਉਹ ਸਾਰਿਆਂ ਨੂੰ ਸ਼ਕਤੀ ਦੇਈ ਹੀ ਜਾਂਦਾ, ਰੋਕਦਾ ਨਹੀਂ ਕਿਸੇ ਦੀ ਤਾਕਤ। ਭਾਵੇਂ ਕੋਈ ਕੁਕਰਮੀ ਵੀ ਹੈ, ਉਹਦੀ ਤਾਕਤ ਨੂੰ ਬੰਦ ਨਹੀਂ ਕਰਦਾ, ਪਰ ਉਹਦਾ ਜਿਹੜਾ ਲੇਖਾ ਜੋਖਾ ਉਸ ਮਨੁੱਖ ਨੂੰ ਦੇਣਾ ਪੈਂਦਾ, ਉਹਦਾ ਹਿਸਾਬ ਉਹਨੂੰ ਦੇਣਾ ਪੈਂਦਾ। ਉਹ ਆਪ ਅਲਿਪਤ ਹੈ। ਇਸ ਤਰ੍ਹਾਂ ਦੇ ਕਈ ਪ੍ਰਕਾਰ ਦੇ ਗੁਣ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਇਹਦੇ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਗਾ ਰਹੇ ਨੇ। ਇਹ ਸਾਰੀ ਅਸ਼ਟਪਦੀ ਸ੍ਰਿਸ਼ਟੀ ਗਿਆਨ ਦੇ ਵਿੱਚੋਂ ਉਚਾਰੀ ਗਈ ਹੈ, ਜਿਹਦੇ ਵਿੱਚ ਇੱਕ ਨਾਮ ਜਪਣ ਵਾਲੇ ਦੀ ਨਜ਼ਰ ਖੁੱਲ੍ਹ ਕੇ ਬਹੁਤ ਦੂਰ ਤੱਕ ਵੇਖਣ ਲੱਗ ਪੈਂਦੀ। ਗੁਰੂ ਅਰਜਨ ਦੇਵ ਜੀ ਆਪ ਇਹ ਉਚਾਰਨ ਕਰ ਰਹੇ ਨੇ। ਆਓ ਐਸੇ ਅਕਾਲ ਪੁਰਖ ਦੇ ਨਾਮ ਨੂੰ ਸ਼ਬਦ ਨਾਲ ਸਾਂਝ ਪਾਈਏ। 1 ਮਿੰਟ ਵਾਸਤੇ ਫਿਰ ਸਮਾਪਤੀ ਕਰਾਂਗੇ। ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।